हेलो एवरीवन, वेलकम टू चेतन भारत लर्निंग। ਅੱਜ ਆਪਾਂ ਕਲਾਸ ਕੰਟੀਨਿਊ ਕਰਾਂਗੇ। ਸੋਇਲਸ ਵਾਲਾ ਟੌਪਿਕ ਆਪਾਂ ਲਾਸਟ ਕਲਾਸ 'ਚ ਸਟਾਰਟ ਕੀਤਾ ਸੀਗਾ। ਆਪਾਂ ਥਿਓਰੈਟੀਕਲ ਟੌਪਿਕਸ ਕਵਰ ਕਰਦੇ ਸੀ ਰਿਗਾਰਡਿੰਗ ਸੋਇਲਸ ਕਿ ਔਨ ਦੀ ਬੇਸਿਸ ਆਫ ਪਾਰਟੀਕਲਸ ਕਿੰਨੇ ਤਰ੍ਹਾਂ ਦੀਆਂ ਸੋਇਲਸ ਹੋ ਸਕਦੀਆਂ। ਬੇਸਿਕਲੀ ਆਪਾਂ ਸੈਂਡੀ, ਕਲੇਈ ਐਂਡ ਲੋਮੀ ਤਿੰਨ ਤਰ੍ਹਾਂ ਦੀਆਂ ਸੋਇਲਸ ਦੇਖੀਆਂ ਸੀਗੀਆਂ। ਸਭ ਤੋਂ ਵੱਡਾ ਪਾਰਟੀਕਲ ਸਾਈਜ਼ ਸੈਂਡੀ ਸੋਇਲਸ ਦਾ ਹੁੰਦਾ, ਸਭ ਤੋਂ ਫਾਈਨ ਪਾਰਟੀਕਲ ਸਾਈਜ਼ ਕਲੇਈ ਸੋਇਲਸ ਦਾ ਹੁੰਦਾ। ਇਸ ਕਰਕੇ ਇਹਨਾਂ ਦੀ ਵਾਟਰ ਰਿਟੈਂਸ਼ਨ ਘੱਟ ਹੁੰਦੀ ਹੈ, ਇਹਨਾਂ ਦੀ ਵਾਟਰ ਕਲੇਈ ਸੋਇਲਸ ਦੀ ਵਾਟਰ ਰਿਟੈਂਸ਼ਨ ਜ਼ਿਆਦਾ ਹੁੰਦੀ ਹੈ। ਐਂਡ ਇਹਨਾਂ ਨਾਲ ਰਿਲੇਟਡ ਹੋਰ ਜਿਹੜੀਆਂ ਬੇਸਿਕ ਫੈਕਟਰਸ ਵਗੈਰਾ ਸੀਗੇ, ਸੋਇਲ ਹੋਰਾਈਜ਼ਨ, ਸੋਇਲ ਪ੍ਰੋਫਾਈਲ, ਆਪਾਂ ਇਹ ਵਾਲੀਆਂ ਚੀਜ਼ਾਂ ਲਾਸਟ ਕਲਾਸ 'ਚ ਕਵਰ ਕੀਤੀਆਂ ਸੀਗੀਆਂ। ਆਪਾਂ ਹੁਣ ਇੰਡੀਆ 'ਚ ਸੋਇਲਸ ਦੀ ਡਿਸਟਰੀਬਿਊਸ਼ਨ ਕਵਰ ਕਰਾਂਗੇ। ਸਟਾਰਟ ਕਰ ਰਹੇ ਹਾਂ ਆਪਾਂ ਕਿ what are the major soil groups that are found in India? Alluvial soils, black soil, red soil, laterite soils, forest soils, arid soils and saline alkaline soils। मैप तो देखते हैं ਆਪਾਂ ਕਿੱਥੇ ਕਿੱਥੇ ਇਹ ਡਿਸਟਰੀਬਿਊਟਡ ਹੈ। ਐਸ ਫਾਰ ਐਸ ਦੀ ਏਰੀਅਲ ਡਿਸਟਰੀਬਿਊਸ਼ਨ ਇਜ਼ ਕੰਸਰਨਡ, ਸਪੇਸ਼ੀਅਲ ਡਿਸਟਰੀਬਿਊਸ਼ਨ ਇਜ਼ ਕੰਸਰਨਡ, ਤਾਂ ਆਪਾਂ ਇਸ ਮੈਪ ਤੋਂ ਹੀ ਰਿਲੇਟ ਕਰਾਂਗੇ ਕਿ ਕਿੱਥੇ ਕਿੱਥੇ ਮੇਨ ਸੋਇਲਸ ਪਾਈਆਂ ਜਾਂਦੀਆਂ। ਸਭ ਤੋਂ ਪਹਿਲਾਂ ਜੇ ਆਪਾਂ ਐਲੂਵੀਅਲ ਸੋਇਲਸ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਲੈ ਕੇ ਬੰਗਾਲ ਤੱਕ ਐਂਡ ਦੈਨ ਇਨ ਦੀ ਅਸਮ ਵੈਲੀ, ਬ੍ਰਹਮਪੁੱਤਰਾ ਵੈਲੀ, ਇਹ ਪਲੇਨਸ ਵਾਲੇ ਏਰੀਆਸ 'ਚ ਐਲੂਵੀਅਲ ਸੋਇਲਸ ਪਾਈਆਂ ਜਾਂਦੀਆਂ। ਲਾਰਜੈਸਟ ਸੋਇਲ ਗਰੁੱਪ ਆਫ ਇੰਡੀਆ ਵੀ ਹੈਗਾ। ਦੈਨ ਜਿਹੜਾ ਮਹਾਰਾਸ਼ਟਰਾ ਵਾਲਾ ਡੈਕਨ ਪਲੇਟਿਊ ਵਾਲਾ ਰੀਜਨ ਹੈ, ਇੱਥੇ ਪਾਈਆਂ ਜਾਂਦੀਆਂ ਬਲੈਕ ਵੋਲਕੈਨਿਕ ਸੋਇਲਸ, ਬਲੈਕ ਰੈਗੂਲਰ ਸੋਇਲਸ। ਆਪਾਂ ਇਹਨਾਂ ਸੋਇਲਸ ਬਾਰੇ ਡਿਟੇਲ 'ਚ ਦੇਖਾਂਗੇ ਹੁਣੇ ਵਨ ਬਾਏ ਵਨ। ਜਸਟ ਆਪਾਂ ਪਹਿਲਾਂ ਏਰੀਅਲ ਡਿਸਟਰੀਬਿਊਸ਼ਨ ਦੇਖ ਲਈਏ ਤਾਂ ਪਲੇਨਸ 'ਚ ਗ੍ਰੇਟ ਨਾਰਦਰਨ ਪਲੇਨਸ 'ਚ ਐਲੂਵੀਅਲ ਸੋਇਲਸ, ਇੱਥੇ ਬਲੈਕ ਸੋਇਲਸ ਮਹਾਰਾਸ਼ਟਰਾ ਕਰਨਾਟਕਾ ਵਾਲੇ ਰੀਜਨ 'ਚ, ਤੇਲੰਗਾਨਾ ਵਾਲੇ ਰੀਜਨ 'ਚ। ਦੈਨ ਬਾਕੀ ਦਾ ਜਿਹੜਾ ਮੋਸਟ ਆਫ ਦੀ ਪੈਨਿਨਸੂਲਰ ਇੰਡੀਆ ਬਚਿਆ ਉਸ 'ਚ ਪਾਈਆਂ ਜਾਂਦੀਆਂ ਰੈੱਡ ਸੋਇਲਸ। ਰੈੱਡ ਜਾਂ ਯੈਲੋ ਸੋਇਲਸ, ਇਹਨਾਂ 'ਚ ਕੀ ਡਿਸਟਿੰਕਸ਼ਨ ਹੁੰਦੀ ਹੈ, ਕਿਉਂ ਬਲੈਕ ਹੈ, ਕਿਉਂ ਰੈੱਡ ਹੈ, ਕਿਉਂ ਯੈਲੋ ਹੈ, ਆਪਾਂ ਹੁਣੇ ਦੇਖਾਂਗੇ। ਸੋ ਆ ਜਿਹੜਾ ਪੂਰਾ ਪੈਨਿਨਸੂਲਰ ਇੰਡੀਆ ਦਾ ਪੋਰਸ਼ਨ ਬਚਿਆ, ਇਸ 'ਚ ਹੈਗੀਆਂ ਨੇ ਰੈੱਡ ਸੋਇਲਸ। ਪਲੱਸ ਰੈੱਡ ਸੋਇਲਸ ਕੁਝ ਪੋਰਸ਼ਨ ਆਫ ਨਾਰਥ ਈਸਟ ਇੰਡੀਆ 'ਚ ਵੀ ਪਾਈਆਂ ਜਾਂਦੀਆਂ। ਠੀਕ ਹੈ ਜੀ। ਦੈਨ ਲੈਟਰਾਈਟ ਸੋਇਲ, ਆਹੀ ਵਾਲਾ ਜਿਹੜਾ ਸਾਰਾ ਰੀਜਨ ਹੈ, ਸੇਮ ਰੀਜਨ ਜਿੱਥੇ ਰੈੱਡ ਸੋਇਲਸ ਪਾਈਆਂ ਜਾਂਦੀਆਂ ਉਸੇ ਰੀਜਨ 'ਚ ਕੁਝ ਪੈਚਿਸ 'ਚ ਲੈਟਰਾਈਟ ਸੋਇਲਸ ਪਾਈਆਂ ਜਾਂਦੀਆਂ। ਤਾਂ ਏਰੀਆ ਜੇ ਤੁਹਾਨੂੰ ਇਨ ਜਨਰਲ ਸਟੇਟ ਵਾਈਜ਼ ਏਰੀਆ ਪੁੱਛਿਆ ਜਾਵੇ ਤਾਂ ਰੈੱਡ ਸੋਇਲਸ ਤੇ ਲੈਟਰਾਈਟ ਸੋਇਲਸ ਦਾ ਬਿਲਕੁਲ ਸਿਮਿਲਰ ਹੀ ਹੈ। ਫਰਕ ਬਸ ਥੋੜ੍ਹਾ ਜਿਹਾ ਲੋਕਲ ਕੰਡੀਸ਼ਨਸ ਐਂਡ ਕਲਾਈਮੈਟਿਕ ਕੰਡੀਸ਼ਨਸ ਦਾ ਫਰਕ ਹੈ ਦੋਨਾਂ ਦੀ ਫਾਰਮੇਸ਼ਨ 'ਚ। ਐਂਡ ਤੁਸੀਂ ਮੋਟਾ ਜਿਹਾ ਯਾਦ ਰੱਖਣਾ, ਰੈੱਡ ਸੋਇਲਸ ਦਾ ਏਰੀਆ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਲੈਟਰਾਈਟ ਸੋਇਲਸ ਦਾ ਏਰੀਆ। ਸਟੇਟ ਵਾਈਜ਼ ਭਾਵੇਂ ਸਿਮਿਲਰ ਹੈ ਬਟ ਏਰੀਆ 'ਚ ਜੇ ਆਪਾਂ ਅਮਾਊਂਟ ਦੀ ਗੱਲ ਕਰੀਏ ਤਾਂ ਰੈੱਡ ਸੋਇਲ ਕਾਫੀ ਜ਼ਿਆਦਾ ਏਰੀਆ 'ਚ ਪਾਈਆਂ ਜਾਂਦੀਆਂ, ਲੈਟਰਾਈਟ ਸੋਇਲਸ ਬਹੁਤ ਘੱਟ ਏਰੀਆ 'ਚ ਪਾਈਆਂ ਜਾਂਦੀਆਂ। ਦੈਨ ਐਰਿਡ ਸੋਇਲਸ, ਡਰਾਈ ਸੋਇਲਸ, ਡੈਜ਼ਰਟ ਸੋਇਲਸ, ਓਬਵੀਅਸਲੀ ਇਹ ਥਾਰ ਡੈਜ਼ਰਟ ਵਾਲੇ ਰੀਜਨ 'ਚ ਪਾਈਆਂ ਜਾਂਦੀਆਂ। ਮਾਊਂਟੇਨ ਸੋਇਲਸ ਜਾਂ ਫੋਰੈਸਟ ਸੋਇਲਸ ਇਹ ਉੱਪਰ ਪਾਈਆਂ ਜਾਂਦੀਆਂ ਦੀ ਹਿਲ ਸਟੇਟਸ ਆਫ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਸਿੱਕਿਮ ਐਂਡ ਅਰੁਣਾਚਲ ਪ੍ਰਦੇਸ਼। ਤਾਂ ਇਹ ਮੇਜਰ ਸੋਇਲ ਗਰੁੱਪਸ ਹੈ। ਇੱਕ ਜਿਹੜਾ ਆਪਾਂ ਗਰੁੱਪ ਸਕਿਪ ਕੀਤਾ ਪਹਿਲੇ ਵਾਲੀ ਸਲਾਈਡ 'ਚ ਦਿੱਤਾ ਹੋਇਆ ਸੀ, ਇਸ ਸਲਾਈਡ 'ਚ ਇਸ ਮੈਪ 'ਚ ਨਹੀਂ ਦਿੱਤਾ ਹੋਇਆ, ਦੈਟ ਇਜ਼ ਸੈਲਾਈਨ ਐਲਕਲਾਈਨ ਸੋਇਲਸ। ਉਹ ਐਸ ਸੱਚ ਕੋਈ ਇੱਦਾਂ ਦਾ ਏਰੀਆ ਨਹੀਂ ਹੈਗਾ, ਕਿਸੇ ਸਪੈਸੀਫਿਕ ਥਾਂ, ਬਹੁਤ ਲੋਕਲ ਕੰਡੀਸ਼ਨਸ ਕਰਕੇ ਕਿਸੇ ਵੀ ਤਰ੍ਹਾਂ ਦੀ ਸੋਇਲ ਐਲਕਲਾਈਨ ਜਾਂ ਸੈਲਾਈਨ ਟਰਨ ਕਰ ਸਕਦੀ। ਜਿਵੇਂ ਅਲੂਵੀਅਲ ਸੋਇਲ ਕੈਨ ਟਰਨ ਇਨਟੂ ਸੈਲਾਈਨ ਸੋਇਲ, ਰੈੱਡ ਸੋਇਲ ਕੈਨ ਟਰਨ ਇਨਟੂ ਸੈਲਾਈਨ ਸੋਇਲ ਬਿਕੋਜ਼ ਆਫ ਦੀ ਲੋਕਲ ਕੰਡੀਸ਼ਨਸ। ਉਹ ਕਿਹੜੀਆਂ ਕੰਡੀਸ਼ਨਸ ਆਪਾਂ ਹੁਣੇ ਅੱਗੇ ਡਿਸਕਸ ਕਰਾਂਗੇ। ਤਾਂ ਇਹ ਮੈਪ ਤੁਸੀਂ ਧਿਆਨ 'ਚ ਰੱਖਣਾ ਹੈ ਰਿਗਾਰਡਿੰਗ ਦੀ ਡਿਸਟਰੀਬਿਊਸ਼ਨ ਆਫ ਵੇਰੀਅਸ ਸੋਇਲਸ ਇਨ ਡਿਫਰੈਂਟ ਪਾਰਟਸ ਆਫ ਇੰਡੀਆ। ਠੀਕ ਹੈ ਜੀ। ਨੈਕਸਟ ਮੂਵ ਕਰੀਏ। ਐਲੂਵੀਅਲ ਸੋਇਲਸ ਵਨ ਬਾਏ ਵਨ ਆਪਾਂ ਡਿਸਕਸ਼ਨ ਸਟਾਰਟ ਕਰਦੇ ਹਾਂ। ਇਹ ਲਾਰਜੈਸਟ ਸੋਇਲ ਗਰੁੱਪ ਆਫ ਇੰਡੀਆ ਹੈ। ਆਲਮੋਸਟ 45% ਆਫ ਦੀ ਏਰੀਆ ਜਿਹੜਾ ਇੰਡੀਆ ਦਾ ਏਰੀਆ ਹੈ ਉੱਥੇ ਐਲੂਵੀਅਲ ਸੋਇਲਸ ਵੈਲ ਡਿਸਟਰੀਬਿਊਟਡ ਹੈ। ਇੱਕ ਤਾਂ ਆਪਾਂ ਆਲਰੇਡੀ ਡਿਸਕਸ ਕੀਤਾ ਕਿ ਸਾਰਾ ਆਪਣਾ ਨਾਰਦਰਨ ਪਲੇਨਸ, ਮੈਂ ਤੁਹਾਨੂੰ ਦੱਸਿਆ ਇੰਡਸ ਪਲੇਨਸ, ਗੰਗਾ ਪਲੇਨਸ ਐਂਡ ਦੀ ਬ੍ਰਹਮਪੁੱਤਰਾ ਪਲੇਨਸ ਵਾਲੇ ਰੀਜਨ 'ਚ ਐਲੂਵੀਅਲ ਸੋਇਲਸ ਪਾਈਆਂ ਜਾਂਦੀਆਂ। ਦੂਸਰਾ ਇੱਕ ਹੋਰ ਮਾਈਨਰ ਏਰੀਆ ਵੀ ਹੈਗਾ ਐਲੂਵੀਅਲ ਸੋਇਲਸ ਦੇ ਅੰਡਰ, ਆਪਾਂ ਇੱਥੇ ਮੈਂਸ਼ਨ ਕਰਨਾ ਰਹਿ ਗਿਆ ਸੀ, ਦੇ ਕੋਸਟਲ ਪਲੇਨਸ। ਜਿਹੜੇ ਡੈਲਟਾਇਕ ਰੀਜਨਸ ਹੈ, ਭਾਵੇਂ ਉਹ ਪੈਨਿਨਸੂਲਰ ਪਲੇਟਿਊ ਦੇ ਡੈਲਟਾ, ਪੈਨਿਨਸੂਲਰ ਰਿਵਰਸ ਦੇ ਡੈਲਟਾ ਜਾਂ ਉਹ ਉੱਪਰ ਹਿਮਾਲਯਨ ਰਿਵਰਸ ਦੇ ਡੈਲਟਾਜ਼ ਹੈ, ਡੈਲਟਾਜ਼ ਵਾਲੇ ਰੀਜਨ 'ਚ ਵੀ ਇਨ ਜਨਰਲ ਐਲੂਵੀਅਲ ਸੋਇਲਸ ਹੀ ਪਾਈਆਂ ਜਾਂਦੀਆਂ। ਇਹਨਾਂ ਨੂੰ ਐਲੂਵੀਅਲ ਕਿਉਂ ਕਹਿੰਦੇ ਆ? ਆਪਾਂ ਕੱਲ੍ਹ ਵਾਲੀ ਕਲਾਸ 'ਚ ਐਕਸਟੈਂਸਿਵ ਡਿਸਕਸ਼ਨ ਕੀਤੀ ਕਿ ਰਿਵਰ ਦੀ ਕੈਰਿੰਗ ਕੈਪੈਸਿਟੀ ਕਿੰਨੀ ਹੈ, ਇਰੋਜਨ ਵਗੈਰਾ ਕਰ ਰਹੀ ਹੈ ਰਿਵਰ ਆਪਣੇ ਨਾਲ ਸੈਡੀਮੈਂਟਸ ਕੈਰੀ ਕਰ ਰਹੀ ਹੈ। ਇਹਨਾਂ ਸੈਡੀਮੈਂਟਸ ਦੇ ਲਈ ਹੀ ਆਪਾਂ ਵਰਡ ਯੂਜ਼ ਕਰਦੇ ਹਾਂ ਐਲੂਵੀਅਮ।
alluvium is the name given to the sediments carried by the rivers. जिथे ये sediments deposit ਹੁੰਦੀ है, the soil formed as the result of deposition of alluvium. alluvium ਕੀ है? Deposition of sediments carried by the river. उन्हां soils ਨੂੰ ਆਪਾਂ alluvial soils ਕਹਿ ਦਿੰਦੇ हैं. Deposition of silt कह दो, sediments कह दो, alluvium कह दो, एक ही गल है, मतलब multiple terms, similar meaning words are used for this. Of course these soils are of transported origin. ਆਪਾਂ ਗੱਲ ਕੀਤੀ ਸੀ ਇਹਦੇ ਲਈ ਆਪਾਂ word use ਕਰਦੇ ਹਾਂ azonal soils ਹੈ ਕਿ ਇਹਨਾਂ ਦਾ parent material ਕਿਤੇ ਹੋਰ ਹੈ, deposition ਕਿਤੇ ਹੋਰ ਹੋ ਰਹੀ ਹੈ. So the soils are formed away from the parent material, ਇਸ ਲਈ ਇਹਨਾਂ ਨੂੰ azonal soils ਦੀ ਕੈਟੇਗਰੀ 'ਚ ਰੱਖਿਆ ਜਾਂਦਾ ਹੈ. Parent material ਹੈ ਦਾ rocks of Himalayas. ਇਹ ਇੱਦਾਂ ਨਹੀਂ ਹੋਇਆ ਜਿਵੇਂ ਕੱਲ ਆਪਾਂ ਸੋਇਲ ਫਾਰਮੇਸ਼ਨ ਲਾਸਟ ਕਲਾਸ 'ਚ ਸੋਇਲ ਫਾਰਮੇਸ਼ਨ ਪ੍ਰੋਸੈਸ ਕੀਤਾ ਸੀ ਕਿ ਇੱਕ ਰੌਕ ਹੈ ਉਹਦੀ ਵੈਦਰਿੰਗ ਕਰਾਤੀ, ਵੈਦਰਡ ਰੌਕ ਮਟੀਰੀਅਲ ਬਣ ਗਿਆ, ਉਹਦੇ ਹੋਰ ਛੋਟੇ ਛੋਟੇ ਪੀਸਿਸ ਕਰਵਾਤੇ, ਸੈਡੀਮੈਂਟਸ ਬਣ ਗਏ ਐਂਡ ਹੋਰ ਛੋਟੇ ਪੀਸਿਸ ਕਰਵਾਤੀ ਹੈ, ਫਾਈਨ ਪੀਸਿਸ ਕਰਵਾਤੇ, ਤਾਂ ਆਪਾਂ ਸੋਇਲ ਫਾਰਮੇਸ਼ਨ ਕਰਤੀ ਸੀ ਪ੍ਰੀਵੀਅਸ ਕਲਾਸ 'ਚ. ਇਹ ਉਸ ਤਰ੍ਹਾਂ ਨਹੀਂ ਹੈਗਾ, ਇਹਦਾ ਪੇਰੈਂਟ ਮਟੀਰੀਅਲ ਕਿਤੇ ਹੋਰ ਹੈ ਐਂਡ ਫਾਰਮੇਸ਼ਨ ਕਿਤੇ ਹੋਰ ਹੋ ਰਹੀ ਹੈ. ऑफ कोर्स क्योंकि डेपोजिशन करके बनी है. ਆਪਾਂ ਕੱਲ ਸੋਇਲ ਪ੍ਰੋਫਾਈਲ ਜੋ ਸੋਇਲ ਹੋਰਾਈਜ਼ਨ ਵਗੈਰਾ ਡਿਸਕਸ ਕੀਤੇ ਸੀਗੇ, ਪੂਰਾ ਇੱਕ ਵਰਟੀਕਲ ਸੈਕਸ਼ਨ ਬਣਾਇਆ ਸੀ. ਇੱਥੇ ਬੈਡ ਰੌਕ ਹੈ, ਇੱਥੇ ਪੈਰੈਂਟ ਰੌਕ ਮਟੀਰੀਅਲ ਹੈ, ਸਬ ਸੋਇਲ ਹੈ, ਟੌਪ ਸੋਇਲ ਹੈ ਐਂਡ ਦੈਨ ਫਰਦਰ ਆਪਾਂ ਪੋਰਸ਼ਨਸ ਕੀਤੇ ਸੀ. ਉਹ ਹੋਰਾਈਜ਼ਨ ਹੋ ਸਕਦਾ ਹੈ, ਜ਼ੋਨ ਆਫ ਇਲੂਵੀਏਸ਼ਨ ਆਪਾਂ ਦੇਖੇ ਸੀਗੇ. ਇਹ ਉਦੋਂ ਬਣਦੇ ਆ ਜਦੋਂ ਬੈਡ ਰੌਕ ਤੇ ਸੋਇਲ ਸੇਮ ਜਗ੍ਹਾ ਤੇ ਲੋਕੇਟਡ ਹੋਵੇ, ਜਦੋਂ ਜ਼ੋਨਲ ਸੋਇਲਸ ਹੋਣ. ਜਦੋਂ ਸੋਇਲ ਹੀ ਏ ਜ਼ੋਨਲ ਹੈ, ਬੈਡ ਰੌਕ ਤਾਂ ਕਿਤੇ ਹੋਰ ਹਿਮਾਲਿਆਸ 'ਚ ਪਈ ਹੈ, ਪਲੇਨਸ 'ਚ ਤਾਂ ਸਿਰਫ ਉਹਨਾਂ ਦੀ ਡੈਪੋਜੀਸ਼ਨ ਹੋਈ ਹੈ, ਤਾਂ ਕੀ ਇਹਦੀ ਸਟਰੋਂਗ ਪ੍ਰੋਫਾਈਲ ਹੋਣੀ ਚਾਹੀਦੀ ਹੈ, ਵੀਕ ਪ੍ਰੋਫਾਈਲ ਹੋਣੀ ਚਾਹੀਦੀ ਹੈ. ਵੀਕ ਪ੍ਰੋਫਾਈਲਸ ਸਿੰਪਲੀ ਬਸ ਟੌਪ ਸੋਇਲ ਦੀ ਹੀ ਇੱਕ ਡੀਪ ਲੇਅਰ ਹੁੰਦੀ ਹੈ. ਤਾਂ ਆਹ ਸਾਰਾ ਥੱਲੇ ਵਾਲੀਆਂ ਬੈਡ ਰੌਕ, ਪੈਰੈਂਟ ਰੌਕ ਮਟੀਰੀਅਲ ਇਹ ਨਾਰਦਰਨ ਪਲੇਨਸ 'ਚ ਨਹੀਂ ਪਾਏ ਜਾਂਦੇ, ਅਲੂਵੀਅਲ ਸੋਇਲਸ ਵਾਲੇ ਰੀਜਨ 'ਚ ਨਹੀਂ ਪਾਏ ਜਾਂਦੇ. ਪਾਰਟੀਕਲ ਸਾਈਜ਼ ਦੇ ਬੇਸਿਸ ਤੇ ਮੈਂ ਗੱਲ ਕਰਾਂ ਤਾਂ ਦੀ ਸੋਇਲਸ ਆਰ ਲੂਮੀ ਇਨ ਨੇਚਰ. ਹੁਣ ਰਿਵਰਸ ਵੱਡੇ ਸੈਡੀਮੈਂਟਸ, ਥੋੜੇ ਕੋਰਸ ਸੈਡੀਮੈਂਟਸ ਵੀ ਕੈਰੀ ਕਰਦੀਆਂ, ਫਾਈਨ ਸੈਡੀਮੈਂਟਸ ਵੀ ਕੈਰੀ ਕਰਦੀਆਂ, ਸੈਂਡ ਵੀ ਹੈ, ਸਿਲਟ ਵੀ ਹੈ, ਕਲੇ ਵੀ ਹੈ, ਮਿਕਸਚਰ ਆਫ ਆਲ 3 ਟਾਈਪਸ ਆਫ ਸੈਡੀਮੈਂਟਸ ਹੈ. ਲੂਮੀ ਸੋਇਲਸ ਬਣਦੀਆਂ ਕਿਉਂਕਿ ਮਿਕਸਚਰ ਆਫ ਆਲ ਟਾਈਪਸ ਆਫ ਸੈਡੀਮੈਂਟਸ ਹੈ, ਇਸ ਕਰਕੇ ਇਹਨਾਂ ਦੀ ਪੋਰੋਸਿਟੀ ਵੀ ਚੰਗੀ ਹੁੰਦੀ ਹੈ, ਡਰੇਨੇਜ ਵੀ ਚੰਗੀ. ਵੀ ਹੈਡ ਡਿਸਕਸਡ ਵਾਟਰ ਰਿਟੈਂਸ਼ਨ, ਪਰਮੀਏਬਿਲਿਟੀ, ਪੋਰੋਸਿਟੀ. ਤਾਂ ਮਿਕਸਚਰ ਆਫ ਪਾਰਟੀਕਲਸ ਹੋਊਗਾ ਤਾਂ ਬੈਸਟ ਆਫ ਬੋਥ ਵਰਡਸ ਮਿਲੂਗਾ. ਗੁੱਡ ਪੋਰੋਸਿਟੀ, ਗੁੱਡ ਡਰੇਨੇਜ, ਗੁੱਡ ਪਰਮੀਏਬਿਲਿਟੀ, good water retention, and because of all these factors good for plant growth. Best type of soil for plant growth. Almost every crop can be grow in these soils provided climate conditions are appropriate. ਸੋਇਲਸ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਆਹ ਕਿਉਂ ਗਰੋ ਕਰਤਾ. ਸੋਇਲਸ ਹਰ ਤਰ੍ਹਾਂ ਦੀ ਕ੍ਰੌਪ ਨੂੰ ਸਪੋਰਟ ਕਰਦੀਆਂ ਇਹ, ਪਰ ਮਤਲਬ ਉੱਥੇ ਡਿਸਾਈਡਿੰਗ ਫੈਕਟਰ ਕੀ ਹੋ ਜਾਂਦਾ ਵੀ ਆਹ ਕ੍ਰੌਪ ਗਰੋ ਕਰਨੀ ਹੈ ਕਿ ਉਹ ਕ੍ਰੌਪ ਗਰੋ ਕਰਨੀ ਹੈ. ਕਲਾਈਮੈਟਿਕ ਕੰਡੀਸ਼ਨਸ ਇੰਪੋਰਟੈਂਟ ਫੈਕਟਰ ਹੋ ਜਾਂਦਾ ਹੈ, ਹਿਊਮਨ ਫੈਕਟਰਸ ਹੋ ਸਕਦੇ ਹੈ, ਸਕਿਲਡ ਲੇਬਰ ਅਵੇਲੇਬਲ ਹੈ, ਅਨਸਕਿਲਡ ਲੇਬਰ ਅਵੇਲੇਬਲ ਹੈ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ. ਠੀਕ ਹੈ ਜੀ. ਤਾਂ ਇਹ ਬੇਸਿਕਸ ਅਬਾਊਟ ਦੀ ਅਲੂਵੀਅਲ ਸੋਇਲ. ਜੇ ਨਿਊਟਰੀਐਂਟਸ ਦੀ ਗੱਲ, ਨਿਊਟਰੀਐਂਟਸ ਦੀ ਡਿਸਕਸ਼ਨ ਨਾ ਅਕਸਰ ਲਾਈਕ ਕਾਫੀ ਕਨਫਿਊਜ਼ਿੰਗ ਜੀ ਰਹਿੰਦੀ ਹੈ. ਤਾਂ ਆਪਾਂ ਲਾਈਕ ਮੈਂ ਯੂਜੂਲੀ ਕੀ ਪ੍ਰੈਫਰ ਕਰਦਾ ਹਾਂ ਕਿ ਆਪਣੇ ਜਿਹੜੇ 3 ਫਰਟੀਲਾਈਜ਼ਰਸ 'ਚ ਨਿਊਟਰੀਐਂਟਸ ਆਪਾਂ ਯੂਜ਼ ਕਰਦੇ ਹਾਂ NPK, ਉਹਦੇ ਕੰਟੈਕਸਟ 'ਚ ਡਿਸਕਸ਼ਨ ਕਰ ਲਾਂਗੇ ਵੀ ਕਿਹੜੀ ਸੋਇਲ 'ਚ ਕਿਹੜਾ NPK 'ਚ ਕਿਹੜਾ ਹੈਗਾ, ਕਿਹੜਾ ਡੈਫੀਸ਼ੈਂਟ ਹੈ ਐਂਡ ਕਿਹਦੀ ਮਤਲਬ ਉਹਦੇ ਨਾਲ ਆਪਣਾ ਇੱਕ ਹੋਰ ਆਕਸੀਲਰੀ ਪਰਪਸ ਕੀ ਸਰਵ ਹੋ ਜਾਂਦਾ, ਕਿਸ ਤਰ੍ਹਾਂ ਦੇ ਫਰਟੀਲਾਈਜ਼ਰ ਸਪਲਾਈ ਕਰਨੇ ਆਪਾਂ ਉਹਦਾ ਉਸ ਬਾਰੇ ਵੀ ਕਮੈਂਟ ਕਰ ਸਕਦੇ ਹਾਂ. ਜਿੱਦਾਂ ਐਲੂਵੀਅਲ ਸੋਇਲਸ ਹੈ, ਇਹ P ਤੇ K ਲਾਈਕ ਚ sufficient amount of potash and phosphorus. K is for potassium to, and P is for phosphorus, and N is for nitrogenous compounds. ਤਿੰਨ ਆਪਾਂ ਐਂਡ ਫਰਟੀਲਾਈਜ਼ਰ ਵੀ ਆਪਣੇ ਆਹੀ ਨਾਈਟ੍ਰੋਜਨ ਫੋਸਫੇਟ ਬੇਸਡ ਫਰਟੀਲਾਈਜ਼ਰਸ, ਪੋਟੈਸ਼ ਬੇਸਡ ਫਰਟੀਲਾਈਜ਼ਰਸ, ਨਾਈਟ੍ਰੋਜਨ ਬੇਸਡ ਫਰਟੀਲਾਈਜ਼ਰਸ 'ਚ ਮੋਸਟ ਇੰਪੋਰਟੈਂਟ ਹੈ ਯੂਰੀਆ. Alluvial soils, they are low in nitrogen, while phosphate and potash based nutrients are present in sufficient amount. ਇਸੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਯੂਰੀਆ is the most commonly used fertilizer.
क्यों यूरिया आप इन्ना इस्तेमाल करते हैं? क्योंकि वो नाइट्रोजन सप्लाई करते हैं एंड नॉर्दर्न प्लेन्स अलूवियल सॉइल्स वाले रीजन च नाइट्रोजन डेफिसिट सॉइल्स है। ठीक है, क्रॉप्स आप ऑलरेडी गल की, ऑलमोस्ट ऑल क्रॉप्स कैन बी ग्रोन एंड दीज सॉइल्स रिस्पॉन्ड वेल टू इरीगेशन। मतलब क्योंकि वेल ड्रेन्ड सॉइल्स है, चंगी पोरोसिटी है, तो इरीगेटेड वाटर सफिशेंटली डिस्टेंस तक पहुँच जाता है, तो इरीगेशन नाल किसी भी तरह की क्रॉप्स नू ग्रो किया जा सकता है। बट हाँ ध्यान च रखना है प्रोवाइडेड क्लाइमेटिक कंडीशंस आर सूटेबल। नैक्सट हम आप मूव करते हैं ब्लैक सॉइल्स से। ब्लैक सॉइल का पेरेंट मटीरियल की है, उत्थे आप देखिया सी रॉक्स ऑफ हिमालयाज, इत्थे हैगा डार्क वोल्केनिक रॉक्स। फॉर्म्ड बाय सॉलिडिफिकेशन ऑफ मैग्मा। अपना जड़ा डेक्कन प्लेट्यू वाला महाराष्ट्र वाला जड़ा पूरा रीजन है, महाराष्ट्र मालवा प्लेट्यू एंड एडजॉइनिंग रीजन्स ऑफ तेलंगाना एंड कर्नाटका, ये जड़ा रीजन है ये सॉलिडिफिकेशन ऑफ मैग्मा तो बनया, सॉलिडिफिकेशन ऑफ लावा तो बनया, वोल्केनिक रॉक्स का बनया होया पोर्शन है। हुण जिद्दां दियां रॉक्स उदा ही लाइक आप पेरेंट मटीरियल इज द मोस्ट इंपोर्टेंट फैक्टर इन दी सॉयल फॉर्मेशन प्रोसैस। जिदा का पेरेंट मटीरियल होगा उदा दी सॉयल बनूगी। हुण जे पेरेंट मटीरियल ही डार्क है तो सॉयल्स भी इवेंचुअली ब्लैक कलर्ड सॉयल्स बननगियां। डिस्टिंक्शन बिटवीन अपलैंड एंड वैली सॉयल्स, ये ना अगे ब्लैक सॉयल, वैली सॉयल, अपने रेड सॉयल्स एंड लेटराइट सॉयल्स, तिना च ये डिस्टिंक्शन आती है। सॉयल फॉर्मेशन प्रोसैस आप एक फैक्टर किया सी रिलीफ। रिलीफ च आप मैं एग्जाम्पल ली सी कि तुहानू रिलीफ समझाने लई कि एक तो जेंटली स्लोपिंग पोर्शन है, एक स्टीप स्लोप्ड पोर्शन है। इत्थे क्योंकि स्लोप जेंटल है इसलिए डेपोजिशन ऑफ सॉयल पार्टिकल ज़्यादा टिके रहेंगे, इत्थे डेप्थ ऑफ द सॉयल ज़्यादा होगी एज कंपेयर टू दिस पोर्शन ऑफ द स्लोप। क्योंकि इत्थे स्लोप बहुत स्टीप है, जड़े पार्टिकल्स बननगे सॉयल दे उत्थे टिक ही नहीं पाएंगे, वो थले डिग जाएंगे। ये दो एग्जाम्पल आप प्रीवियस क्लास से देखी सी। हुण इन जनरल जे मैं अपलैंड सॉयल नू वैली सॉयल नाल कंपेयर करा, हुण वैली च तां सब तो ज़्यादा डेप्थ ऑफ पार्टिकल्स होगी। आ जड़े पार्टिकल्स है सारे कित्थे डिपॉजिट हो रहे हैं? इत्थे वैली च डिपॉजिट हो रहे हैं, लो लाइंग एरियाज से डिपॉजिट हो रहे हैं। अपलैंड सॉयल एंड वैली सॉयल नू जे आपां कंपेयर करिए, भावें कोई भी टाइप ऑफ सॉयल होवे, ब्लैक सॉयल होवे, रेड सॉयल होवे, लैटराइट सॉयल होवे, जे आपां इस रीजन दी सॉयल नू इस रीजन दी सॉयल नाल कंपेयर करांगे, ऑब्वियसली इत्थे ज़्यादा डेप्थ ऑफ सॉयल होगी, बैटर सॉयल्स होणगियां, फर्टाइल सॉयल्स होणगियां एज कंपेयर टू अपर रीजनस। तां ये वाली चीज़ तुसीं इत्थे ध्यान च रखनी है। नेक्स्ट ब्लैक सॉयल वन ऑफ द मोस्ट इंपॉर्टेंट फीचर तुसीं याद रखना है, दी सॉयल्स आर हाईली क्लेई इन नेचर। क्ले कंटेंट सब तो ज़्यादा है, इस मैक्स क्ले कंटेंट है। ਉਹਦੇ ਕਰਕੇ ਕੀ ਹੁੰਦਾ, ਜੋ ਆਪਾਂ ਕਲੇ ਦੀਆਂ ਪ੍ਰੋਪਰਟੀਜ਼ 'ਚ ਪੜ੍ਹਿਆ ਸੀਗਾ ਕਿ ਇਹਦੀ ਵਾਟਰ ਰਿਟੈਂਸ਼ਨ ਜ਼ਿਆਦਾ ਹੋਊਗੀ ਐਂਡ ਇਸ ਕਰਕੇ ਇਹ ਸਟਿਕੀ ਹੋ ਜਾਂਦੀਆਂ। ਵਾਈ ਡੂ ਬਲੈਕ ਸੋਇਲਸ ਟਰਨ ਸਟਿਕੀ ਵੈਨ ਵੀ ਪ੍ਰੋਵਾਈਡ ਵਾਟਰ, ਵੈਨ ਵੀ ਐਡ ਇਰੀਗੇਟਡ ਵਾਟਰ ਜਾਂ ਵੈਨ ਇਟ ਰੇਨਸ? ਬਿਕਾਜ਼ देयर वाटर रिटेंशन इज हाई। इस करके एब्जॉर्ब कर लैंदियां अपने अंदर पानी, अगे ड्रेन कर दियां नहीं गईयां क्योंकि इन्हां दी परमीएबिलिटी इज़ वेरी लो, पोरोसिटी इज़ वेरी लो। अगे किते पानी ड्रेन हुंदा नहीं गा, अपने अंदर एब्जॉर्ब कर लैंदियां ते काफ़ी स्टिकी बन जांदियां बिकॉज ऑफ देयर हाई वाटर रिटेंशन। इहदा लेकिन उल्टा भी ट्रू है। ਜਦੋਂ ਆਪਾਂ ਪਾਣੀ ਸਪਲਾਈ ਕੀਤਾ ਤਾਂ ਇਹ ਸਟਿਕੀ ਹੋ ਗਈਆਂ, ਜਦੋਂ ਪਾਣੀ ਭਾਵੇਂ ਆਪਾਂ ਇਰੀਗੇਸ਼ਨ ਨਾਲ ਸਪਲਾਈ ਕੀਤਾ, ਭਾਵੇਂ ਬਾਰਿਸ਼ ਹੋ ਗਈ, ਲੇਕਿਨ ਡਰਾਈ ਸੀਜ਼ਨ 'ਚ ਜਦੋਂ ਮੋਇਸਚਰ ਨਹੀਂ ਹੈ ਸੋਇਲ 'ਚ, ਜਦੋਂ रेनफॉल नहीं हो रही है, जो आप इरीगेशन नहीं सप्लाई कर रहे, ड्राई सीजन च दी सॉयल्स डिवेलप क्रैक्स। मैं लास्ट क्लास च भी रैफरेंस लिया सी, जी टिपिकल जी इमेज होंगी है ड्रॉट की, जो गल चल रही होंगी है, आप मैगजीन्स वगैरह च या टीवी च देखते हैं, बिल्कुल बंजर जी, बिल्कुल से कि फ्लैट लैंड होंगी है, क्रैक्स पे होंगे है, वो ब्लैक सॉयल क्लेई सॉयल्स का एक फीचर है। बट एक पॉजिटिव रोल भी प्ले करती है, ਜਿਹੜੇ क्रैक्स डिवेलप होंगे सॉयल च ड्राई सीजन च, वो एक बहुत इंपॉर्टेंट रोल प्ले करते हैं फ्रॉम द पॉइंट ऑफ व्यू ऑफ एग्रीकल्चरल प्रोडक्टिविटी।
ਇਹਦੇ ਕਰਕੇ ਸੈਲਫ ਪਲੋਇੰਗ ਐਬਿਲਿਟੀ ਡਿਵੈਲਪ ਹੁੰਦੀ ਹੈ ਸੋਇਲ 'ਚ। ਆਪਾਂ ਪਲੋਇੰਗ ਕਿਉਂ ਕਰਦੇ ਹਾਂ, ਹਲ ਕਿਉਂ ਚਲਾਉਂਦੇ ਹਾਂ, ਤਾਂ ਕਿ ਸੋਇਲ ਨੂੰ ਆਪਾਂ ਮਿਕਸ ਅਪ ਕਰ ਸਕੀਏ, ਏਰੇਸ਼ਨ ਹੋ ਸਕੇ ਸੋਇਲ ਦੀ, ਏਅਰ ਚਲੀ ਜਾਏ ਥੋੜੇ ਜਿਹੇ ਡੈਪਥ ਤੱਕ, नीचे वाली सॉइल ऊपर आ जाए, थोड़े लूज सॉइल बन जाए, ताकि एयर शुड बी एबल टू पेनीट्रेट सॉइल। इस केस च जो क्रैक्स डिवेलप हो जाते हैं ड्राई सीजन च, ट्रेंड जनरली यह है कि ट्रेडिशनली हुण अजकल तो आप दो क्रॉप्स ही लाइक ऑलमोस्ट सारे इंडिया च आप दो क्रॉप्स ही ग्रो करने की टेंडेंसी रखते हैं जिथे पॉसीबल होवे, लेकिन ट्रेडिशनली सम मॉनसूनल सीजन से क्रॉप्स ग्रो कीतियां जांदियां एंड रबी सीजन च फैलो रखा जाता हुंदा सी। तां ड्राई सीजन च जदों ये क्रैक्स डिवेलप करदियां एरेशन ऑफ सॉइल हो जाती है, एयर एंटर इनटू दी सॉइल, ਉਹਦੇ ਨਾਲ बैक्टीरियल ग्रोथ ਹੁੰਦੀ है, ਡੀਕੰਪੋਜੀਸ਼ਨ ਹੋ ਜਾਂਦਾ है, इट एड्स टू दी फर्टिलिटी ऑफ दी सॉइल, नैचुरल ऑर्गेनिक कंटेंट ऐड ਹੁੰਦਾ सॉइल 'ਚ। ਇਸ ਲਈ these cracks they provide self flowing ability to the black soil। हाँ, इस तरह ये प्रोडक्शन ਨੂੰ एड करते हैं। न्यूट्रीएंट्स की गल करिए, ब्लैक सॉइल 'ਚ ਤਿੰਨੇ ਹੀ ਤਰ੍ਹਾਂ ਦੇ ਨਿਊਟ੍ਰੀਐਂਟਸ ਬਹੁਤ ਘੱਟ ਪਾਏ ਜਾਂਦੇ ਆ, NPK ਤਿੰਨੋਂ ਹੀ लो ਅਮਾਊਂਟਸ 'ਚ ਪਾਏ ਜਾਂਦੇ ਆ, बट एलूमिना, आयरन ऑक्साइड, लाइम इस तरह के न्यूट्रीएंट्स एडिशनली इस पाए जाते हैं जो कि बाकी सॉइल से रिलेटिवली घट होंगे है। फिर यदा ब्लैक कलर क्यों आपको प्रीलिम्स पॉइंट ऑफ व्यू तो क्वेश्चन आ सकता है, द ब्लैक कलर इज ड्यू टू प्रेजेंस ऑफ दिस मिनरल टाइटेनीफेरस मैग्नेटाइट। ये याद रखना है, सिंपल क्वेश्चन आ सकता है। अदरवाइज जो जेनेरिक टर्म्स से पूछा जाए भी ब्लैक क्यों होंगी है, क्योंकि भाई डार्क कलर्ड वोल्कैनिक रॉक्स तो बनी है। जो स्पेसिफिकली कैमिकल टर्म्स से पूछा जाए तो बिकॉज ऑफ प्रेजेंस ऑफ दिस mineral टाइटेनीफेरस मैग्नेटाइट। These soils are best suited for growth of cotton, so much so that इन्हों cotton soils भी कहा जाता है, इन्हों black cotton soil भी कहा जाता है because of their suitability for the cotton crop। इन्हों cotton regur soil भी कहा जाता है, बेस्ट suited for the growth of cotton। कॉटन की ग्रोथ ਲਈ इन्हें सूटेबल क्यों है? महाराष्ट्र वाला रीजन जड़ा MP महाराष्ट्र के बॉर्डर वाला रीजन, कर्नाटका वाला रीजन, इन जनरल थोड़ा जा मॉडरेट रेनफॉल वाला रीजन है, थोड़ा काइंड ऑफ लाइक टूवर्ड्स दी लो रेनफॉल वाली साइड ते टिल्टेड है इत्थे वाला रीजन। कॉटन नू रेनफॉल भी मॉडरेट ही चाहिए है, लेकिन सॉयल तो मॉइस्ट होनी चाहिए है। थोड़ी जी रेनफॉल नाल बहुत लंबे टाइम तक सॉयल का जिहड़ा मॉइस्चर है वो रिटेन करके रखती है। क्लेई सॉइल्स वाटर रिटेंशन एबिलिटी होंगी है, इन्हां दी वाटर अब्जॉर्ब करके रखती हैं। जो थोड़ी जी भी बारिश होंगी है, आप थोड़ा जा भी इरीगेशन प्रोवाइड करते हैं, काफ़ी लंबे टाइम तक सॉयल मॉइस्ट रहिंदी है, उन्हां को पानी सफिशेंट हुंदा। कॉटन की ज़्यादा कोई डिमांड्स भी नहीं हैगी जिंदगी 'ਚ, गुड फॉर ग्रोथ ऑफ कॉटन। इस तो अलावा पल्सिस, ऑयल सीड्स भी ग्रो किए जाते हैं जिथे वाटर बिल्कुल ही बहुत घट अवेलेबल है एंड इरीगेशन अवेलेबल है ही नहीं गी। ऑन दी अदर हैंड शुगर केन एंड राइस, ये है वाटर चूसू क्रॉप्स। अपना नेक्स्ट टॉपिक क्रॉप्स है, उस लाइक आई टेंड टू यूज दिस टर्म वाटर चूसू क्रॉप्स। जूट, टी, शुगर केन, कॉफी, राइस, ये सारे वाटर चूसू क्रॉप्स है, इन्होंने जिन्ना पानी दे दो उन्ना घट है। राइस एंड शुगर केन वर्गियां क्रॉप्स भी इत्थे ग्रो कर दित्तियां जांदियां ब्लैक सॉइल 'ਚ। का रीजन उहदा वही है क्योंकि क्लेई सॉइल्स है, वाटर रिटेंशन काफ़ी ज़्यादा है एंड वाटर चूसू क्रॉप्स नूं होर की चाहिए, पानी चाहिए, जिन्ना दे दो उन्ना घट है। तो जिथे इरीगेशन प्रोवाइड की जा रही है उत्थे शुगर केन एंड राइस वर्गियां क्रॉप्स भी ग्रो हो जांदियां। अदरवाइज नॉर्मल कंडीशनस 'ਚ जिथे रेन फैड क्रॉप्स है या फिर जिन्ना नैचुरल रेनफॉल नाल बारिश होगी सा होगी या बहुत घट इरीगेशन प्रोवाइड की गई है, उत्थे कॉटन ग्रो की जाती है। प्लस बिल्कुल ही खस्ता हालत है तो पल्सिस एंड ऑयल सीड्स ग्रो किए जाते हैं। नैक्सट हो जाती अपनी रैड सॉइल्स, नाल ब्रैकेट्स में लिखा हुआ येलो सॉइल्स। बिल्कुल सिमिलर स्ट्रक्चर है। आयरन ऑक्साइड, द रेड सॉइल्स आर रेड इन कलर बिकॉज ऑफ आयरन ऑक्साइड। जो आयरन ऑक्साइड वैसे ही प्रेजेंट है तो रेड सॉइल्स है। जो आयरन ऑक्साइड एक डिफरेंट फॉर्म हाइड्रेटेड फॉर्म च प्रेजेंट है तो वो येलो सॉइल्स बन जाती हैं। सिमिलर ही है, तुसी बस जे सिर्फ रेड सॉइल्स भी याद रख लो, लाइक सफिशेंटली ओके फॉर योर एग्जाम है।
पेरेंट मटीरियल की है क्रिस्टलाइन रॉक्स ऑफ पेनिनसुलर प्लेट्यू, क्रिस्टलाइन इग्नियस रॉक्स ऑफ पेनिनसुलर प्लेट्यू, igneous rocks, metamorphic rocks of peninsular plateau. Climate इत्थे rocks नालों इंपॉर्टेंट फैक्टर है क्लाइमेट दा, क्योंकि अगली जिहड़ी आपां सॉइल पढ़ांगे लैटराइट सॉइल, उस च भी आपां पेरेंट मटीरियल यही देखांगे क्रिस्टलाइन रॉक्स ऑफ पेनिनसुलर प्लेट्यू। फर्क होगा क्लाइमेट दा की relatively hot and dry climate चाहिए। Now I'm speaking in relative terms and इससे ज़्यादा important factor है dry। ਆਪਾਂ डिस्ट्रीब्यूशन ਜਦੋਂ देखी सी मैप ਜਦੋਂ देखिया सी मैं तुहानूं दस्सिया सी रेड सॉयल ते लैटराइट सॉयल दा बिल्कुल सिमिलर एरिया है, फर्क बस लोकल क्लाइमेटिक कंडीशंस दा है। वो लोकल क्लाइमेटिक कंडीशंस की है इस केस च हॉट एंड रिलेटिवली ड्राई क्लाइमेटिक कंडीशंस है। लैटराइट सॉइल च आप देखेंगे हॉट एंड वैट क्लाइमेटिक कंडीशंस है। वो वैट दे भी अगे कंडीशन लगी हुई है, एक सीजन वैट एक सीजन ड्राई, एक सीजन वैट एक सीजन ड्राई, ऑल्टरनेटिव वैट एंड ड्राई फेजिज होने चाहिए है तो लैटराइट सॉइल डिवेलप होंदी है। जे सिंपली ड्राई सीजन चल रहा है या बहुत मॉडरेट जी रेनफॉल वाला पीरियड चल रहा है जगह है तो उत्थे रेड सॉइल्स डिवेलप होंदी हैं। डिस्टिंक्शन बिटवीन अपलैंड एंड वैली सॉइल्स ऑलरेडी मैं एक्सप्लेन की है। टेक्सचर इट वेरीज फ्रॉम सैंडी टू क्ले। सब तो ज़्यादा वर्सेटाइल सॉइल्स हैं रेड सॉइल्स। एक आप एलुवियल सॉइल्स देखिया सीगियां, उस भी आप देखिया सीगा कि सैंडी टू क्लेई हर तरह के सैडीमेंट्स प्रेजेंट हो सकते हैं, इस करके वो ज़्यादा फर्टाइल सॉइल्स भी मनिया जाती हैं। एज फार एज टेक्सचर इज कंसर्न, पार्टिकल साइजेस आर कंसर्न, रेड सॉइल की भी ये स्टेटमेंट ट्रू है। टेक्सचर वेरीज फ्रॉम सैंड टू क्ले, फर्टाइल होनी चाहिए बट दे आर नॉट एज फर्टाइल एज अलूवियल सॉइल। क्यों? क्योंकि ये स्टैटिक है, एक रॉक तो डिराइव कीतियां गई सॉइल्स है। हर साल इन्हां दी फर्टिलिटी रिप्लेनिश नहीं होंदी, हर साल या फ्रीकुएंटली इन्हां दी फर्टिलिटी रिप्लेनिश नहीं होंदी बाय दी न्यू अलूवियम ब्रॉट बाय दी रिवर्स। एक थां ते सदियों पहला लाइक रॉक दी डिसइंटीग्रेशन हुई, रॉक तो सॉइल बन गई, सो बन गई, उस ते आपां प्लांट्स ग्रो करते, नैचुरली प्लांट्स ग्रो हो गए, आपां क्रॉप्स ग्रो करतियां, उस सॉइल दी फर्टिलिटी घट होई गई एंड दैट्स इट। बट टेक्सचर वाइज दिस सॉइल एंड अलूवियल सॉइल दोनों ही सैंड टू क्ले, इसलिए एक कैपेबल तो है किसी भी क्रॉप नू सपोर्ट करने लई, प्रोवाइडेड इनू न्यूट्रीएंट्स सप्लाई कर दिते जान। इट इज़ डेफिशिएंट इन न्यूट्रीएंट्स। ये मेन फर्क है रेड सॉइल ते अलूवियल सॉइल का। वो रिच इन न्यूट्रीएंट्स है, नाइट्रोजन नू छड्ड के वो आपां यूरिया नाल प्रोवाइड कर दीदा है। ये डेफिशिएट इन लाइक मोस्ट ऑफ द न्यूट्रीएंट्स। थोड़े जे न्यूट्रीएंट्स आपां देख लैंदे हैं, इहदा एन भी लो है, पी भी लो है, के टाइप थोड़ा जा ओके है, पोटैश सफिशिएंट प्रेजेंट होंदा है। रेड कलर इहदा क्यों है? ड्यू टू प्रेजेंस ऑफ आयरन ऑक्साइड। कई बारी रेड सॉइल की बजाय येलो सॉइल्स बन जाती हैं। येलो कलर क्यों है? बिकॉज ऑफ प्रेजेंस ऑफ आयरन ऑक्साइड इन हाइड्रेटेड फॉर्म, Fe2O3.XH2O, वाटर मॉलिक्यूल्स भी नाल क्रिस्टलाइन स्ट्रक्चर च प्रेजेंट होन। क्रॉप्स, क्योंकि मैं तुहानूं दस्सिया कि टैक्सचर वाइज इस सॉइल च कोई प्रॉब्लम नहीं, न्यूट्रीएंट वाइज इस सॉइल च प्रॉब्लम है। जे तुसी न्यूट्रीएंट्स एक्सटर्नली प्रोवाइड कर दो तो इस सॉइल जो भी जो मर्जी ग्रो कर लो, क्योंकि सॉइल नूं कोई प्रॉब्लम नहीं हैगी। जिस तरह की क्रॉप तुसी ग्रो करना चाहते हो, उन्होंने जिस तरह के न्यूट्रीएंट्स चाहिए, जे तुसी एक्सटर्नली वो न्यूट्रीएंट सप्लाई कर दो तो एवरी काइंड ऑफ क्रॉप कैन बी ग्रोन इन दिस सॉइल ऑल्सो विद द प्रॉपर यूज ऑफ फर्टिलाइजर्स या फिर मैन्योर्स, कॉटन, व्हीट, राइस, पल्सेस, मिलेट्स, मतलब वॉट नॉट। Everything can be grown provided proper use of fertilizers and manures. Lateritic soils, laterite soils, parent material same, crystalline rocks of peninsular plateau. Climate is hot and wet. इत्थे wet is important and wet च भी alternate
ਡਰਾਈ ਐਂਡ ਵੈਟ ਫੇਜ਼ਸ ਹੋਣ। ਉਹਦੇ ਨਾਲ ਕੀ ਹੁੰਦਾ, ਮਤਲਬ ਵੈਟ ਐਂਡ ਡਰਾਈ ਫੇਜ਼ਸ ਥੋੜ੍ਹੀ ਜਿਹੀ ਆਪਾਂ ਸੋਇਲ ਫਾਰਮੇਸ਼ਨ ਸਮਝੀਏ। ਆਪਾਂ ਗੱਲ ਐਲੂਵੀਏਸ਼ਨ ਇਲੂਵੀਏਸ਼ਨ ਦੋ ਪ੍ਰੋਸੈਸਿਸ ਕੀਤੇ ਸੀਗੇ। ਹੁਣ ਆਪਾਂ ਇਮੀਗ੍ਰੇਸ਼ਨ ਨਾਲ ਕੰਪੇਅਰ ਕਰਕੇ ਦੇਖਿਆ ਸੀਗਾ ਯਾਦ ਰੱਖਣ ਲਈ। ਐਲੂਵੀਏਸ਼ਨ ਕਿੱਥੋਂ ਹੁੰਦੀ ਹੈ? ਟੌਪ ਸੋਇਲ 'ਚ ਹੁੰਦੀ ਹੈ। ਕੀ ਕਹਿੰਦੇ ਐਲੂਵੀਏਸ਼ਨ ਕੀ ਹੈ? ਜਦੋਂ ਇੱਥੋਂ ਦੇ ਜਿਹੜੇ ਮਿਨਰਲਸ ਹੁੰਦੇ ਟੌਪ ਸੋਇਲ ਦੇ ਮਿਨਰਲਸ ਉਹ ਨੀਚੇ ਵਾਲੀ ਸਾਈਡ ਵਾਸ਼ ਡਾਊਨ ਹੋ ਜਾਂਦੇ ਆ। ਟੌਪ ਸੋਇਲ ਤੋਂ ਨਿਊਟਰੀਐਂਟਸ ਵਾਸ਼ ਡਾਊਨ ਹੋ ਕੇ ਸਬ ਸੋਇਲ 'ਚ ਚਲੇ ਗਏ। ਇੱਥੋਂ ਵਾਸ਼ ਹੋਣਾ ਇਜ਼ ਐਲੂਵੀਏਸ਼ਨ, ਸਬ ਸੋਇਲ 'ਚ ਡਿਪੋਜ਼ਿਟ ਹੋਣਾ ਇਜ਼ ਇਲੂਵੀਏਸ਼ਨ। ਇਹ ਹੁਣ ਕਿਉਂ ਜਾ ਰਹੇ ਆ ਨਿਊਟਰੀਐਂਟਸ? ਇਹਨਾਂ ਨੂੰ ਕੀ ਲਾਈਕ ਸਬ ਸੋਇਲ 'ਚ ਕੀ ਲੱਭ ਰਿਹਾ? ਵਾਈ ਦ ਨਿਊਟਰੀਐਂਟਸ ਗੈਟਸ ਵਾਸ਼ ਡਾਊਨ ਫਰੋਮ ਟੌਪ ਸੋਇਲ ਟੂ ਸਬ ਸੋਇਲ? ਬਿਕੋਜ਼ ਆਫ ਐਕਸੈਸਿਵ ਵਾਟਰ ਪਰਕੋਲੇਸ਼ਨ। ਹੈਵੀ ਰੇਨਫਾਲ ਹੋਈ, ਉਹਨੇ ਆਪਣੇ ਨਾਲ ਸਾਰੇ ਨਿਊਟਰੀਐਂਟਸ ਨੂੰ ਵੀ ਬਹਾ ਕੇ ਉਹ ਨੀਚੇ ਲੈ ਗਿਆ। ਬਣ ਗਈ ਜੀ ਲੈਟਰੇਟਿਕ ਸੋਇਲ ਬਣ ਗਈ। ਨਾਲ ਡਰਾਈ ਫੇਜ਼ ਆਇਆ। ਡਰਾਈ ਫੇਜ਼ 'ਚ ਕੀ ਹੁੰਦਾ? ਉਹੀ ਵਾਟਰ ਹੌਲੀ ਹੌਲੀ ਜਿਵੇਂ ਇਵੈਪੋਰੇਸ਼ਨ ਹੁੰਦਾ ਰਹਿੰਦਾ, ਡਰਾਈ ਕੰਡੀਸ਼ਨਸ ਹੈ ਤਾਂ ਵਾਟਰ ਉੱਪਰ ਨੂੰ ਮੂਵ ਕਰਦਾ। ਉਹ ਆਪਣੇ ਨਾਲ ਕੁਛ ਐਲੀਮੈਂਟਸ ਲੈ ਆਉਂਦਾ ਹੈ, ਕੁਛ ਐਲੀਮੈਂਟਸ ਥੱਲੇ ਹੀ ਰਹਿ ਜਾਂਦੇ ਆ। ਤਾਂ ਮਤਲਬ ਕਾਫੀ ਜਿਹੜੀ ਮਿਨਰਲ ਡਿਸਟਰੀਬਿਊਸ਼ਨ ਹੈ ਕਾਫੀ ਮੈਸਡ ਅਪ ਜੀ ਹੋ ਜਾਂਦੀ ਹੈ ਬਿਕੋਜ਼ ਆਫ ਦੀਜ਼ ਆਲਟਰਨੇਟਿੰਗ ਵੈਟ ਐਂਡ ਡਰਾਈ ਫੇਜ਼ਸ। एंड ऑल्टरनेटिंग वेट एंड ड्राई फेज ये नहीं मैं कह रहा कि लाइक एक रेनी सीजन है एंड देन ड्राई सीजन आ गया। मतलब ड्यूरिंग रेनी सीजन भी 4 दिन बहुत हैवी रेनफॉल होगी, फिर से लेट्स से 10-15 दिन 2 हफ्ता कुछ बारिश ही नहीं हुई, ड्राई फेज आ गया। फिर 4 दिन वेरी हैवी रेनफॉल, फिर लेट्स से हफ्ता 2 हफ्ता ड्राई फेज आ गया, फिर वेरी हैवी रेनफॉल। ਜਦੋਂ वेरी हैवी रेनफॉल हो रही है उदों की हो रहा है टॉप सॉइल के ਜਿਹੜੇ मिनरल्स है वो नीचे लीच कर रहे हैं, नीचे ਉਹਨਾਂ ਦੀ ਐਲੂਵੀਏਸ਼ਨ ਹੋ ਕੇ ਨੀਚੇ ਇਲੂਵੀਏਸ਼ਨ ਡਿਪੋਜ਼ਿਟ ਹੋ ਰਹੇ ਆ ਉਹ। ਠੀਕ ਹੈ ਜੀ, ਤਾਂ ਇਹ ਕਹਾਣੀ ਹੈ ਲੈਟਰਾਈਟ ਸੋਇਲ ਦੀ। ਐਂਡ ਇੰਨੀ ਡਿਸਕਸ਼ਨ ਸੁਣ ਕੇ ਤੁਸੀਂ ਮੈਨੂੰ ਫਰਟੀਲਿਟੀ 'ਤੇ ਤਾਂ ਆਈ ਗੈਸ ਕਮੈਂਟ ਕਰ ਹੀ ਸਕਦੇ ਹੋਵੋਗੇ। ਵਾਟ ਅਬਾਊਟ ਦੀ ਫਰਟੀਲਿਟੀ ਆਫ ਲੈਟਰਾਈਟ ਸੋਇਲ ਜਿਸ 'ਚ ਸਾਰੇ ਨਿਊਟਰੀਐਂਟਸ ਨੀਚੇ ਲੀਚ ਕਰ ਚੁੱਕੇ ਹੈ? ਕਿ ਇਹ ਬਹੁਤ ਜ਼ਿਆਦਾ ਫਰਟਾਈਲ ਸੋਇਲ ਹੋਊਗੀ? नो, नॉट अ वेरी फर्टाइल। बहुत स्टर्डी क्रॉप्स ही इत्थे ग्रो कीतियां जा सकदियां, ढीठ किस्म दीयां क्रॉप्स ही इत्थे ग्रो कीतियां जा सकदियां। अदरवाइज दिस सॉइल इज नॉट गुड फॉर कल्टीवेशन। दिस सॉइल इज बेस्ट यूज्ड फॉर मेकिंग ब्रिक्स। बेस्ट क्वालिटी दीयां जिहड़ियां इट्टां बनदियां वो लैटराइट सॉइल दी हेल्प नाल बनदियां। न्यूट्रीएंट्स लो पोटैश वाला न्यूट्रीएंट्स रादर एक्सेस्ड है। ਇਹਦੀ ਉਲਟੀ ਕਹਾਣੀ ਵੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਡਰਾਈ ਸੀਜ਼ਨ ਆਉਂਦਾ ਹੈ ਉਦੋਂ ਵਾਟਰ ਨਾਲ ਜਿਹੜੇ ਵਾਟਰ 'ਚ ਜਿਹੜੇ ਡਿਜ਼ੋਲਵਡ ਸੌਲਟਸ ਹੁੰਦੇ ਆ ਉਹ ਉੱਪਰ ਮੂਵ ਕਰਦੇ ਆ। ਆਲਟਰਨੇਟਿੰਗ ਵੈਟ ਐਂਡ ਡਰਾਈ ਸੀਜ਼ਨ ਦਾ ਇੱਥੇ ਰੋਲ ਹੈ। ਵੈਟ ਸੀਜ਼ਨ ਹੈ, ਕੁਛ ਨਿਊਟਰੀਐਂਟਸ ਨੀਚੇ ਲੀਚ ਕਰ ਗਏ, नीचे वॉश डाउन हो गए, टॉप सॉइल तो सब सॉइल से चले गए, टॉप सॉइल बिल्कुल डिवॉइड ऑफ न्यूट्रिएंट्स हो गई। Most of the nutrients are washed down from top soil to subsoil during the wet phase. Dry phase च की हुंदा है, ਜਿਹੜੇ वाटर molecules है ਉਹਨਾਂ ਨੂੰ ਲੱਗਦਾ ਹੈ ਕਿ ਯਾਰ ਉੱਪਰ मूव ਕਰੀਏ क्योंकि ਉੱਪਰੋਂ evaporation ਹੋ ਰਹੀ ਹੈ, ਜਿਹੜੀ ਥੋੜੀ ਬਹੁਤ moist soil ਹੁੰਦੀ ਹੈ ਇਹਦੀ evaporation ਹੁੰਦੀ ਹੈ, capillary action ਨਾਲ ਇਹ water molecules ਉੱਪਰ मूव ਕਰਦੇ ਆ। ਜਦੋਂ ਇਹ ਵਾਟਰ ਮੋਲੀਕਿਊਲਸ ਉੱਪਰ मूव ਕਰਦੇ ਆ, ਕੁਝ डिजोल्वड सॉल्ट्स भी इन्हां नाल ऊपर मूव करते हैं। आ वाले डिजोल्वड सॉल्ट्स बेटर मूव करते हैं, के वाले पोटेशियम सल्फेट, इस तरह पोटेशियम क्लोराइड, कुछ सॉल्ट्स वगैरह होंगे पोटेशियम के, वो भी ऊपर नूं मूव करते हैं। तो ड्राई सीजन च की हुंदा है, ड्राई फेस च की हुंदा है, ये वाले सॉल्ट्स इत्थे एक्सेस च डिपोजिट्स हो जाते हैं। अदरवाइज जिहड़े नाइट्रोजन एंड फॉस्फोरस वाले वो नीचे चले जाते हैं। तो इहदा मैं तुहानूं पहलां भी दस्सिया न्यूट्रीएंट जिहड़ा बैलेंस है काफ़ी डिस्टर्ब जिहा रहिंदा है, इस करके नॉट वेरी फर्टाइल एंड नॉट वेरी गुड फॉर कल्टीवेशन। इसी तरह आयरन एंड एल्यूमीनियम ऑक्साइड्स भी एक्सेस च हुंदे है, नॉट सूटेबल फॉर कल्टीवेशन ऑफ क्रॉप्स। Plantation crops like coffee, tea, rubber, coconut etc. can be grown क्योंकि इन्हां क्रॉप्स नूं बेसिकली वैल ड्रेनड सॉइल्स चाहिए।
हैवी वाटर रिक्वायरमेंट है इन्हां क्रॉप्स दी इन जनरल, भावें कॉफ़ी है, टी है, रबर है, दीज crops they have heavy water requirement but एक condition है they cannot tolerate stagnant water, drain होई जावे पानी, उन्नी को condition है laterite soils satisfy करती हैं, इस करके ये वाली crops इत्थे grow कीतियां जा सकती हैं. Now we come to forest mountain soils. The first thing that you should know about these types of soils that these are heterogeneous soils. कोई एक तरह ਦੀ ਫੋਰੈਸਟ ਸੋਇਲ ਨਹੀਂ ਹੈਗੀ ਜਿਹਦੇ ਕੁਝ ਕਰੈਕਟਰਿਸਟਿਕਸ ਆਪਾਂ ਦੱਸ ਸਕੀਏ, ਆਪਾਂ ਡਿਸਕਸ ਕਰ ਸਕੀਏ ਐਂਡ ਯੂਨੀਫਾਰਮਲੀ ਆਲ ਅਕ੍ਰੋਸ ਇੰਡੀਆ ਉਹਨੂੰ ਅਪਲਾਈ ਕਰ ਦਿੱਤਾ ਜਾਵੇ ਵੀ ਜੰਮੂ ਕਸ਼ਮੀਰ 'ਚ ਵੀ ਇੱਦਾਂ ਹੀ ਹੈ, ਸਿੱਕਿਮ 'ਚ ਵੀ ਇੱਦਾਂ ਹੀ ਹੈ, ਅਰੁਣਾਚਲ 'ਚ ਵੀ ਇੱਦਾਂ ਹੀ ਹੈ, ਜਾਂ ਨੀਲਗਿਰੀ ਹਿਲਸ 'ਚ ਵੀ ਲੈਟਸ ਸੇ ਇੱਦਾਂ ਹੀ ਹੈ. तो ਇੱਦਾਂ ਦੇ ਕੋਈ ਯੂਨੀਫਾਰਮ ਜਾਂ ਹੋਮੋਜੀਨਸ ਕਰੈਕਟਰਿਸਟਿਕਸ ਨਹੀਂ ਐਗਜ਼ਿਸਟ ਕਰਦੇ. ਥੀਸ ਆਰ ਹੈਟਰੋਜੀਨਸ ਸੋਇਲਸ, ਦੇ ਡਿਫਰ ਇਨ ਕਰੈਕਟਰਿਸਟਿਕਸ ਫਰੋਮ ਰੀਜਨ ਟੂ ਰੀਜਨ, ਫਰੋਮ ਏਰੀਆ ਟੂ ਏਰੀਆ. particularly Himalayas ਦੀ ਹੀ ਜੇ ਗੱਲ ਕਰੀਏ, northern slopes versus southern slopes, Himalayas ਬਾਰੇ ਨਾ ਤੁਸੀਂ ਇੱਕ ਚੀਜ਼ ਧਿਆਨ ਰੱਖਣੀ ਹੈ. ਉਹ ਜਿਹੜੀ ਮੈਂ ਟਿਪੀਕਲ ਜੀ ਫੋਟੋ ਬਣਾਉਣਾ ਹੁੰਦਾ ਜਿਹਦੇ ਬੇਸਿਸ 'ਤੇ ਆਪਾਂ ਡਿਸਕਸ਼ਨ ਰਿਲੀਫ ਵਾਲੀ ਡਿਸਕਸ਼ਨ ਕੀਤੀ ਹੈ, ਜੈਂਟਲੀ ਸਲੋਪਿੰਗ, ਸਟੀਪ ਸਲੋਪਿੰਗ, ਇੱਥੇ ਤਾਂ ਆਲਮੋਸਟ ਬਰਾਬਰ ਦੀ ਲੱਗ ਰਹੀ ਹੈ, ਇੱਦਾਂ ਲਾ ਲਓ, ਜੈਂਟਲੀ ਸਲੋਪਿੰਗ, ਸਟੀਪ ਸਲੋਪਿੰਗ. ਹਿਮਾਲਿਆਸ ਦੀ ਓਰੀਐਂਟੇਸ਼ਨ ਇਸ ਤਰ੍ਹਾਂ ਹੈ ਕਿ ਚਾਈਨਾ ਵਾਲੀ ਸਾਈਡ 'ਤੇ ਤਾਂ ਇੱਦਾਂ ਹੈ, ਇੰਡੀਆ ਵਾਲੀ ਸਾਈਡ 'ਤੇ ਇੱਦਾਂ ਹੈ. इंडिया वाली साइड ते स्टीपर स्लोप्स है, चाइना वाली साइड ते जेंटलर स्लोप्स है. वो एक IR वगैरह च भी आपां नूं काम आ सकता है कि चाइना इन्ना इंफ्रास्ट्रक्चर क्यों बना रहा है. एक तो चाइना को पैसे बहुत ज़्यादा है, दूजा जोग्राफी भी चाइना नूं सपोर्ट करती है क्योंकि उत्थे हिमालयस की इंक्लीनेशन बहुत ही जेंटल है, मतलब बहुत तो नहीं, रिलेटिवली जेंटल है एज कंपेयर टू इंडिया वाली साइड की इंक्लीनेशन. तो उस कंटेक्सट नॉर्दर्न वर्सेस सदर्न स्लोप्स है. नॉर्दर्न स्लोप्स आर रिलेटिवली चाइना वाले साइड वाली जड़ियाँ स्लोप्स है रिलेटिवली जेंटलर एज कंपेयर टू दी सदर्न स्लोप्स विच आर रिलेटिवली स्टीपर. तो उसका कॉन्सीक्वेंस की होगा हुण तुहानूं पता ही है. सॉइल्स आर एसिडिक, जड़ियाँ फॉरेस्ट माउंटेन सॉइल्स है, दीज आर एसिडिक इन नेचर. वट इज़ द रीजन? यूजली की हुंदा है कि लाइक नॉर्मल एरियाज च ऑर्गेनिक कंटेंट ओ लेयर बनाता है, हौली हौली ये जड़ा ऑर्गेनिक कंटेंट है, पार्शली डीकंपोज्ड ऑर्गेनिक कंटेंट है, ये फुल डीकंपोजिशन हो जाती है जदों ये टॉप सॉइल च मिक्स करता है. बैक्टीरिया काम करते हैं एंड इनू डीकंपोज कर देंगे है एंड इस चों इनू न्यूट्रीएंट्स च कन्वर्ट कर देंगे है. लेकिन माउंटेनियस रीजनस च ठंडा टैंपरेचर हुंदा, कोल्ड टैंपरेचर हुंदा है, ये जड़ा डीकंपोजिशन वाला प्रोसैस है चंगी तरह कंप्लीट नहीं हो पाता. बैक्टीरिया थोनों पता ही है, फ्रिज च आपां समान रखीदा क्योंकि उत्थे बैक्टीरिया थोड़े जे घट हुंदे लो टैंपरेचर ते. कोल्ड क्लाइमेट च बैक्टीरियल एक्टिविटी थोड़ी जी स्लो हो जाती है, इस करके डीकंपोजिशन प्रॉपर हो नहीं पाती, इनकंप्लीट डीकंपोजिशन ही चलती रहती है एंड उहदे नाल प्रॉपर कन्वर्जन ऑफ ऑर्गेनिक मैटर टू न्यूट्रीएंट्स नहीं हो पाता. इनकंप्लीट इम्प्रॉपर कन्वर्जन हुंदा है, इंटरमीडिएट कन्वर्जन हुंदा है एंड इस च एक बाय प्रोडक्ट बनता है, काफ़ी सारे ऑर्गेनिक एसिड्स बनते हैं. इन्हां ऑर्गेनिक एसिड्स करके सॉयल का जिहड़ा नेचर है pH है एसिडिक वाली साइड ते रहिंदा है. तो माउंटेनियस रीजनस से एसिडिक सॉयल्स दी माउंटेनियस रीजनस से इन जनरल सॉयल दी नेचर एसिडिक हुंदी है. ठीक है जी. क्रॉप्स अगेन टिपिकली आपां इंडिया की जो एग्जाम्पल लईए, पेनिनसुलर इंडिया च प्लांटेशनस एंड ट्रॉपिकल फ्रूट्स ग्रो किए जाते हैं, टी प्लांटेशनस, कॉफ़ी प्लांटेशनस एंड ट्रॉपिकल फ्रूट्स जिदा पाइनएप्पल वगैरह ग्रो करता, थिंग्स लाइक दैट. हिमालयस च आपां देखते हैं वीट भी ग्रो किया जाता है, मेज़ भी ग्रो किया जाता है. टैंपरेट फ्रूट्स तो है ही है, एप्पल, किन्नौर दे एप्पल, कश्मीरी एप्पल, पीच ग्रो किया जाता है. तो टैंपरेट फ्रूट्स ग्रो किए जाते हैं, वीट, मेज़ एंड कुछ केसेस से राइस भी ग्रो किया जाता है. सो दीज वर माउंटेनियस सॉइल्स. मेजर सॉइल ग्रुप्स च एक अपने आती हैं डेजर्ट सॉइल, सैंडी सॉइल्स, एरिड सॉइल्स. ऑफ कोर्स सैंडी इन नेचर, हॉट एंड ड्राई क्लाइमेटिक कंडीशंस से डेवलप होती हैं, वेरी पुअर इन ऑर्गेनिक कंटेंट. एक्सट्रीम क्लाइमेटिक कंडीशंस हैं,
ਪਲਾਂਟ ਲਾਈਫ ਵੈਸੇ ਹੀ ਸਪੋਰਟ ਨਹੀਂ ਕੀਤੀ ਜਾਂਦੀ, ਨਾ ਪਲਾਂਟ ਲਾਈਫ ਹੈਗੀ ਹੈ, ਨਾ ਆਰਗੈਨਿਕ ਕੰਟੈਂਟ ਬਣਦਾ ਹੈ, ਨਾ ਆਰਗੈਨਿਕ ਕੰਟੈਂਟ ਬਣਦਾ ਹੈ, ਨਾ ਪਲਾਂਟ ਲਾਈਫ ਸਪੋਰਟ ਕੀਤੀ ਜਾਂਦੀ ਹੈ। ਇੱਕ ਸਾਈਕਲ ਚੱਲ ਰਿਹਾ, लो organic content जैसे कि लो plant life less plant life leads to low organic content, low organic content leads to less vegetation। ਤਾਂ ਇੱਕ vicious cycle ਇੱਥੇ ਚੱਲਦਾ ਰਹਿੰਦਾ desert areas 'ਚ। and in first place ਕਿਉਂ ਨਹੀਂ ਹੈਗੀ? because of the extremely hot, extremely dry climatic conditions। ਹੁਣ ਵੈਜੀਟੇਸ਼ਨ ਇੱਕ ਇੰਪੋਰਟੈਂਟ ਰੋਲ ਕੀ ਪਲੇ ਕਰਦੀ ਹੈ ਕਿ ਸੋਇਲ ਨੂੰ ਬਾਈਂਡ ਕਰਕੇ ਰੱਖਦੀ ਹੈ। ਡੈਜ਼ਰਟ ਏਰੀਆਜ਼ 'ਚ ਵੈਜੀਟੇਸ਼ਨ ਬਹੁਤ ਲਿਮਿਟਿਡ ਹੁੰਦੀ ਹੈ, ਇਸ ਕਰਕੇ ਸੋਇਲ ਨੂੰ ਬਾਈਂਡ ਕਰਨਾ ਮੁਸ਼ਕਿਲ ਹੁੰਦਾ ਹੈ। ਲੂਜ਼ ਸੋਇਲ ਅਵੇਲੇਬਲ ਹੁੰਦੀ ਹੈ, ਵਿੰਡ ਬਲੋ ਕਰਦੀ ਹੈ, ਸੋਇਲ ਨੂੰ ਆਪਣੇ ਨਾਲ ਬਹਾ ਕੇ ਲੈ ਜਾਂਦੀ ਹੈ, ਉਡਾ ਕੇ ਲੈ ਜਾਂਦੀ ਹੈ। ਤਾਂ ਵਿੰਡ ਇਰੋਜਨ ਇਜ਼ ਵੈਰੀ ਪ੍ਰੋਮੀਨੈਂਟ ਇਨ ਦੀਜ਼ ਸੋਇਲਸ and it leads to another phenomena that we call as desertification, extension of desert, expansion of deserts। wind erosion करके deserts expand हो रहे हैं, world over ਇਹ experience ਕੀਤਾ ਜਾਂਦਾ ਹੈ, ਇੰਡੀਆ 'ਚ ਵੀ experience ਕੀਤਾ ਜਾਂਦਾ ਹੈ। ਜਿਵੇਂ ਸਾਊਥ ਪੰਜਾਬ ਵਾਲਾ, ਸਾਊਥ ਈਸਟਰਨ ਪੰਜਾਬ ਵਾਲਾ ਜਿਹੜਾ ਰੀਜਨ ਹੈ, it is gradually turning into desert because of intrusion of sand from the ਰਾਜਸਥਾਨ ਰੀਜਨ। ਵਿੰਡ ਇਰੋਜਨ ਕਰਕੇ ਡੈਜ਼ਰਟੀਫਿਕੇਸ਼ਨ ਹੋ ਰਹੀ ਹੈ। ਪਲੱਸ ਇਹ ਤਾਂ ਹੁਣ ਨੈਚੁਰਲ ਜਿਹੇ ਫੈਕਟਰ ਹੋ ਗਏ, ਡੈਜ਼ਰਟੀਫਿਕੇਸ਼ਨ ਮੈਨ ਮੇਡ ਫੈਕਟਰਸ ਕਰਕੇ ਵੀ ਹੁੰਦੀ ਹੈ। ਇਸ 'ਚ ਰੋਲ ਆਫ ਲੈਂਡ ਡੀਗ੍ਰੇਡੇਸ਼ਨ, ਓਵਰ ਐਕਸਪਲੋਇਟੇਸ਼ਨ ਆਫ ਦੀ ਸੋਇਲ ਰਿਸੋਰਸਿਸ, ਇਹਦੇ ਕਰਕੇ ਵੀ ਡੈਜ਼ਰਟੀਫਿਕੇਸ਼ਨ ਹੋ ਜਾਂਦੀ ਹੈ ਜਦੋਂ ਪ੍ਰੋਡਕਟਿਵਿਟੀ ਆਫ ਸੋਇਲ ਇੱਕਦਮ ਡਿਗਰੇਡ ਕਰ ਜਾਂਦੀ ਹੈ। ਸੋ ਡੈਜ਼ਰਟ ਸੋਇਲਸ, ਕ੍ਰੌਪਸ ਕਿਸ ਤਰ੍ਹਾਂ ਦੀਆਂ ਗਰੋ ਕੀਤੀਆਂ ਜਾਂਦੀਆਂ ਡੈਜ਼ਰਟ ਸੋਇਲਸ? ਜੇ ਤਾਂ ਬਹੁਤ ਹੀ ਲਿਮਿਟਡ ਵਾਟਰ ਅਵੇਲੇਬਿਲਿਟੀ ਹੈ, ਦੈਨ ਇੱਥੇ ਕਲਾਈਮੇਟ ਰੈਜ਼ੀਲੀਐਂਟ ਕ੍ਰੌਪਸ ਗਰੋ ਕੀਤੀਆਂ ਜਾਂਦੀਆਂ, ਜਿਵੇਂ ਕਿ ਆਪਣੇ ਆਇਲ ਸੀਡ, ਮਿਲਟਸ, ਪਲਸਿਸ, ਇਸ ਤਰ੍ਹਾਂ ਦੀਆਂ ਕ੍ਰੌਪਸ ਗਰੋ ਕੀਤੀਆਂ ਨੇ। ਬਾਰਲੇ, ਕਾਟਨ, ਇਹ ਸਾਰੀਆਂ ਉਹ ਕ੍ਰੌਪਸ ਹੈ। ਆਪਾਂ ਨੈਕਸਟ ਟੌਪਿਕ ਐਗਰੀਕਲਚਰ ਵਾਲੇ 'ਚ ਇਹੀ ਦੇਖਾਂਗੇ ਕਿ ਡਿਫਰੈਂਟ ਕ੍ਰੌਪਸ ਦੀਆਂ ਰਿਕੁਆਇਰਮੈਂਟਸ ਕੀ ਹੈ। ਇਹ ਸਾਰੀਆਂ ਉਹ ਕ੍ਰੌਪਸ ਹੈ ਜਿਨ੍ਹਾਂ ਦੀ ਵਾਟਰ ਰਿਕੁਆਇਰਮੈਂਟ ਬਹੁਤ ਘੱਟ ਹੈ, ਤਾਂ ਡੈਜ਼ਰਟ ਸੋਇਲਸ 'ਚ ਇਹ ਕ੍ਰੌਪਸ ਗਰੋ ਕੀਤੀਆਂ ਜਾਂਦੀਆਂ। ਬਟ ਡੈਜ਼ਰਟ ਸੋਇਲਸ ਦੀ ਇੱਕ ਖਾਸ ਗੱਲ ਹੈ। ਪਹਿਲੀ ਗੱਲ ਤਾਂ ਸੈਂਡੀ ਨੇਚਰ ਹੈ। ਸੈਂਡੀ ਸੋਇਲ ਦੀ ਮੇਨ ਪ੍ਰੋਬਲਮ ਕੀ ਹੈ ਕਿ ਪਾਰਟੀਕਲ ਸਾਈਜ਼ ਵੱਡਾ ਹੈ, ਪਾਰਟੀਕਲ 'ਚ ਸਪੇਸਿਸ ਬਹੁਤ ਜ਼ਿਆਦਾ ਹੈ। ਥੋੜ੍ਹਾ ਬਹੁਤ ਜਿਹੜਾ ਪਾਣੀ ਅਵੇਲੇਬਲ ਹੁੰਦਾ, ਜੇ ਕਦੇ ਭੁੱਲ ਭੁਲੇਖੇ ਬਾਰਿਸ਼ ਹੋ ਜਾਂਦੀ ਹੈ ਜਾਂ ਆਪਾਂ ਇਰੀਗੇਸ਼ਨ ਪ੍ਰੋਵਾਈਡ ਕਰ ਦਿੰਦੇ ਹਾਂ, ਤਾਂ ਉਹ ਵਾਟਰ ਨੀਚੇ ਪਰਕੋਲੇਟ ਕਰ ਜਾਂਦਾ ਸੋਇਲ 'ਚ, ਟੌਪ ਸੋਇਲ 'ਚ ਟਿਕਦਾ ਨਹੀਂ। ਪਲਾਂਟਸ ਦੀਆਂ ਜਿਹੜੀਆਂ ਰੂਟਸ ਹੁੰਦੀਆਂ ਉਹ ਟੌਪ ਸੋਇਲ 'ਚ ਹੀ ਹੁੰਦੀਆਂ, ਤਾਂ ਪਲਾਂਟਸ ਨੂੰ ਮੋਇਸਚਰ ਕਿੱਥੋਂ ਮਿਲਦਾ ਹੈ? ਮੋਇਸਟ ਟੌਪ ਸੋਇਲ ਤੋਂ ਮਿਲਦਾ ਹੈ। ਇੱਥੇ ਇਸ ਕੇਸ 'ਚ ਕੀ ਹੁੰਦਾ ਹੈ ਕਿ ਵਾਟਰ ਨੀਚੇ ਪਰਕੋਲੇਟ ਕਰ ਜਾਂਦਾ ਹੈ, ਇਸ ਕਰਕੇ ਇਹ ਪਲਾਂਟ ਲਾਈਫ ਨੂੰ ਸਪੋਰਟ ਨਹੀਂ ਕਰਦੀਆਂ। ਬਟ ਇਸ ਚੀਜ਼ ਨੂੰ ਓਵਰਕਮ ਕੀਤਾ ਜਾ ਸਕਦਾ ਹੈ ਬਾਏ ਯੂਜ਼ਿੰਗ ਮੈਨਿਓਰਸ। ਆਰਗੈਨਿਕ ਮੈਨਿਓਰਸ ਇੱਥੇ ਬਹੁਤ ਇਫੈਕਟਿਵਲੀ ਕੰਮ ਕਰਦੇ ਆ। ਆਪਾਂ ਤਾਂ ਖੈਰ ਫਰਟੀਲਾਈਜ਼ਰਸ ਵੀ ਇਸਤੇਮਾਲ ਕਰ ਲਈਦੇ ਆ, ਮਤਲਬ ਫਰਟੀਲਾਈਜ਼ਰਸ ਵੀ ਕੰਮ ਕਰਨਗੇ ਹੀ, ਬਟ ਆਰਗੈਨਿਕ ਮੈਨਿਓਰ ਹੀ ਜੇ ਆਪਾਂ ਐਡ ਕਰ ਦਈਏ ਉਹਦੇ ਨਾਲ ਕੀ ਹੋਊਗਾ? ਇੱਕ ਤਾਂ ਨਿਊਟਰੀਐਂਟਸ ਆ ਜਾਣਗੇ, ਦੂਸਰਾ ਉਹਦਾ ਬੈਨੀਫਿਟ ਕੀ ਹੋਊਗਾ ਕਿ ਆਰਗੈਨਿਕ ਮੈਨਿਓਰ ਸਪੇਸਿਸ ਨੂੰ ਆਕਿਊਪਾਈ ਕਰ ਲੂਗਾ, ਜਿਹੜੀ ਬਹੁਤ ਜ਼ਿਆਦਾ ਪੋਰੋਸਿਟੀ ਸੀ, ਬਹੁਤ ਜ਼ਿਆਦਾ ਪਰਮੀਏਬਿਲਿਟੀ ਸੀ ਕਿ ਵਾਟਰ ਇੱਥੇ ਟਿਕਦਾ ਹੀ ਨਹੀਂ ਸੀਗਾ। ਆਰਗੈਨਿਕ ਮੈਨਿਓਰ ਉਸ ਵਾਟਰ ਨੂੰ ਵੀ ਹੋਲਡ ਕਰਕੇ ਰੱਖੂਗਾ, ਤਾਂ ਡਬਲ ਬੈਨੀਫਿਟ ਹੋ ਗਿਆ। ਨਿਊਟਰੀਐਂਟਸ ਵੀ ਆ ਗਏ, ਵਾਟਰ ਵੀ ਹੋਲਡ ਹੋ ਗਿਆ। ਆਹੀ ਦੋ ਕਮੀਆਂ ਸੀਗੀਆਂ, ਪੂਰੀਆਂ ਹੋ ਗਈਆਂ। ਐਂਡ ਨਾਓ ਵੀ ਕੈਨ ਪ੍ਰੈਕਟਾਈਜ਼ ਕਲਟੀਵੇਸ਼ਨ ਔਨ ਡੈਜ਼ਰਟ ਸੋਇਲਸ ਐਜ਼ ਵੈਲ। ਇੰਦਰਾ ਗਾਂਧੀ ਕਨਾਲ ਬਣਾ ਕੇ ਆ ਪੂਰੀ ਜਿਹੜੀ ਬੈਲਟ ਰਾਜਸਥਾਨ ਦੀ ਕਲਟੀਵੇਸ਼ਨ ਕਰਨਾ ਹੈ ਜਿੱਥੇ ਸਟਾਰਟ ਕਰ ਦਿੱਤਾ ਗਿਆ ਸੀ। ਇਟ ਵਾਸ ਬਾਈ ਦਿਸ ਪ੍ਰੋਸੈਸ ਓਨਲੀ। ਠੀਕ ਹੈ ਜੀ, ਤਾਂ ਡੈਜ਼ਰਟ ਸੋਇਲਸ ਦਾ ਤੁਸੀਂ ਯਾਦ ਰੱਖਣਾ, ਇਟ ਕੈਨ ਬੀ ਯੂਜ਼ਡ ਫॉर ਕਲਟੀਵੇਸ਼ਨ ਬਾਈ ਯੂਜ਼ਿੰਗ ਪ੍ਰੋਪਰ ਮੈਨਿਓਰਸ ਐਂਡ ਇਰੀਗੇਸ਼ਨ। ਲਾਸਟ ਕੈਟੇਗਰੀ ਜਿਹੜੀ ਆਪਾਂ ਸਟੱਡੀ ਕਰਨੀ ਹੈ ਸੈਲਾਈਨ ਅਲਕਲਾਈਨ ਸੋਇਲਸ। ਇਕੱਠੀ ਆਪਾਂ ਸਟੱਡੀ ਕਰਦੇ ਹਾਂ। ਐਸਿਡਿਕ ਆਪਾਂ ਆਲਰੇਡੀ ਸਟੱਡੀ ਕਰ ਚੁੱਕੇ ਹਾਂ, ਜਿਸ 'ਚ ਆਰਗੈਨਿਕ ਐਸਿਡਸ ਵਗੈਰਾ ਪਾਏ ਜਾਂਦੇ ਆ ਬਿਕੋਜ਼ ਆਫ ਇਨਕੰਪਲੀਟ ਡੀਕੰਪੋਜੀਸ਼ਨ, ਐਂਡ ਵਨ ਆਫ ਦੀ ਰੀਜ਼ਨਸ ਇਜ਼ ਲੋ ਟੈਂਪਰੇਚਰ। ਕਿੱਥੇ ਪਾਇਆ ਜਾਂਦਾ ਹੈ? ਕੋਲਡਰ ਕਲਾਈਮੇਟਸ 'ਚ ਪਾਇਆ ਜਾਂਦਾ ਹੈ, ਮਾਊਂਟੇਨੀਅਸ ਰੀਜਨਸ 'ਚ ਪਾਇਆ ਜਾਂਦਾ ਹੈ। ਹੁਣ ਆਪਾਂ ਸੈਲਾਈਨ ਜਾਂ ਐਲਕਲਾਈਨ ਸੋਇਲਸ ਦੀ ਗੱਲ ਕਰ ਰਹੇ ਹਾਂ। पोटैशियम ਦੇ ਸੌਲਟਸ ਇੱਥੇ ਪਾਏ ਜਾਂਦੇ ਆ, ਕੈਲਸ਼ੀਅਮ ਦੇ ਸੌਲਟਸ ਇੱਥੇ ਪਾਏ ਜਾਂਦੇ ਆ, ਕਾਫੀ ਸਾਰੇ ਐਲਕਲਾਈਨ ਸੌਲਟਸ ਇੱਥੇ ਪਾਏ ਜਾਂਦੇ ਆ। ਇਸ ਕਰਕੇ ਸੈਲਾਈਨ ਬੋਲੋ ਐਲਕਲਾਈਨ ਬੋਲੋ, ਸੇਮ ਹੀ ਤਰ੍ਹਾਂ ਦੀਆਂ, ਨੇਚਰ ਆਫ ਦੀ ਸੋਇਲ ਸੇਮ ਜੀ ਹੀ ਹੈ। ਨਾਟ ਗੁੱਡ ਫॉर ਕਲਟੀਵੇਸ਼ਨ।
the salts of sodium, potassium, magnesium. इनफर्टाइल ऑफ कोर्स क्योंकि pH इन्ना ज़्यादा खराब होंदा है कि एग्रीकल्चर नूं सपोर्ट नहीं करते। हुण किन्ना कंडीशनस च ये सॉइल्स डिवेलप करदियां इंपॉर्टेंट है। सब तो पहली जिहड़ी मतलब डिफरेंट तरीके नाल डिवेलप कर सकती हैं आपां वन बाय वन स्टडी करांगे। एक तां ड्राई क्लाइमेट एंड पुअर ड्रेनेज वालियां कंडीशनस च एल्कलाइन सॉइल्स डिवेलप करती हैं। इस च हुंदा की है ਉਹੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਪ੍ਰੋਸੈਸ ਦੱਸਿਆ ਸੀ ਕੈਪਿਲਰੀ ਐਕਸ਼ਨ ਵਾਲਾ। ਸਰਫੇਸ ਟੈਂਸ਼ਨ ਕਰਕੇ ਵਾਟਰ ਰਾਈਜ਼ ਕਰਦਾ ਹੈ। ਵਾਟਰ ਜਿਵੇਂ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਟੌਪ ਸੋਇਲ, ਸਬ ਸੋਇਲ। ਤੁਸੀਂ ਨੈਚੁਰਲ ਵਾਟਰ मतलब रेनफॉल नाल या इरीगेशन नाल वाटर ऐड किया। ड्राई सीजन च की होगा वाटर एक बारी तो नीचे परकोलेट कर जूगा। कित्थों तक परकोलेट करूगा? से ग्राउंड वाटर टेबल तक परकोलेट करूगा। जे ड्राई सीजन च वाटर टेबल बहुत ऊपर है, लेट अस से कि ग्राउंड वाटर टेबल इत्थे तक है, भी ग्राउंड वाटर टेबल की डिस्कशन हो रही है। मैं थोड़ा जा थोड़े नाल डिस्कस करना चाहना है। मैं जदों छोटा सी साडे घरे हैंड पंप लग रहा सी, नलका लग रहा सी, या अदरवाइज भी नलका देखी दा ही है। मैनू इदा लाइक इट वॉज माई अंडरस्टैंडिंग के नीचे उदों जदों मैं छोटा सी नीचे कोई पूल ऑफ वाटर एग्जिस्ट करता है कि आफ्टर अ सर्टन डेप्थ आप खोदते रहने हैं एंड एक पॉइंट ऑफ टाइम इदा का आता है वो पूल ऑफ वाटर आ जाता है, एक अंडरग्राउंड पूल ऑफ वाटर। उतों पानी आप एक्सट्रैक्ट करीदा है। जदों मैं इंजीनियरिंग करन गया, आई एम अ सिविल इंजीनियर, उत्थे हाइड्रोलॉजी वाले चैप्टर च मैनूं समझाया गया, मतलब मैनूं पहली बारी लाइफ च समझ आई कि बई इदां नहीं हुंदा। ਤੁਸੀਂ ਹੁਣ ਮੇਰੇ ਤੋਂ ਸਿਆਣੇ ਹੋ, ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਊਗਾ ਮੋਸਟ ਆਫ ਦੀ ਬੱਚਿਆਂ ਨੂੰ, ਬਟ ਲਾਈਕ ਮੈਂ ਆਈ ਲਾਈਕ ਟੂ ਸ਼ੇਅਰ ਦਿਸ ਵਿਦ ਸਟੂਡੈਂਟਸ ਕਿ ਬਈ ਨੀਚੇ ਕੋਈ ਪੂਲ ਆਫ ਵਾਟਰ ਨਹੀਂ ਹੈਗਾ। ਜਦੋਂ ਆਪਾਂ ਕਹਿੰਦੇ ਹਾਂ ਕਿ ਗਰਾਊਂਡ ਵਾਟਰ ਟੇਬਲ ਇੱਥੇ ਪਾਣੀ ਲੈਟਸ ਸੇ 60 ਫੁੱਟ ਥੱਲੇ ਹੈ, 30 ਫੁੱਟ ਥੱਲੇ ਹੈ, ਵਾਟਐਵਰ XYZ ਫੁੱਟ ਥੱਲੇ ਹੈ, ਵਾਟ ਇਜ਼ ਮੈਂਟ ਬਾਈ ਗਰਾਊਂਡ ਵਾਟਰ ਟੇਬਲ? ਇੱਥੇ ਕੋਈ ਪੂਲ ਆਫ ਵਾਟਰ ਨਹੀਂ ਹੈਗਾ। ਗਰਾਊਂਡ ਵਾਟਰ ਟੇਬਲ ਸਿੰਪਲੀ ਮੀਨਸ ਕਿ ਇੱਥੇ ਜਿਹੜੀ ਸੋਇਲ ਹੈ, ਸੋਇਲ ਹਰ ਥਾਂ ਤੇ ਸੋਇਲ ਦੇ ਪਾਰਟੀਕਲਸ ਹੁੰਦੇ ਆ। ਉਹਨਾਂ ਪਾਰਟੀਕਲਸ ਦੇ ਵਿੱਚ, ਸੋਇਲ ਦੇ ਪਾਰਟੀਕਲਸ ਦੇ ਵਿੱਚ ਸਪੇਸਿਸ ਹੁੰਦੀਆਂ। ਹੁਣ ਇਹਨਾਂ ਸਪੇਸਿਸ 'ਚ ਏਅਰ ਵੀ ਹੋ ਸਕਦੀ ਹੈ, ਇਹਨਾਂ ਸਪੇਸਿਸ 'ਚ ਵਾਟਰ ਵੀ ਹੋ ਸਕਦਾ ਹੈ, ਜਾਂ ਹੋਰ ਮਿਨਰਲਸ ਵੀ ਹੋ ਸਕਦੇ ਹੈ। ਮਿਨਰਲਸ ਤੇ ਸੋਇਲ ਨੂੰ ਤੁਸੀਂ ਇੱਕ ਕੈਟੇਗਰੀ 'ਚ ਰੱਖ ਦਿਓ। ਜਿਹੜੀਆਂ ਐਮਪਟੀ ਸਪੇਸਿਸ ਬਚੀਆਂ, ਹੁਣ ਜਾਂ ਤਾਂ ਉੱਥੇ ਹਵਾ ਹੋ ਸਕਦੀ ਹੈ ਜਾਂ ਉੱਥੇ ਪਾਣੀ ਹੋ ਸਕਦਾ। ਜਿਹੜੀ ਡੈਪਥ, ਇੱਕ ਡੈਪਥ ਇੱਦਾਂ ਦੀ ਆਉਂਦੀ ਹੈ ਜਿੱਥੇ ਸਾਰੇ ਜਿਹੜੀਆਂ ਆਹ ਸਪੇਸਿਸ ਹੁੰਦੀਆਂ, ਸੋਇਲ ਦੇ ਵਿੱਚ ਦੀਆਂ ਸਪੇਸਿਸ ਹੁੰਦੀਆਂ, ਉਹ ਵਾਟਰ ਨਾਲ ਭਰੀਆਂ ਹੁੰਦੀਆਂ। ਹੁੰਦੀ ਮਿੱਟੀ ਹੈ ਬਟ ਗਿੱਲੀ ਮਿੱਟੀ ਹੁੰਦੀ ਹੈ, ਸੈਚੂਰੇਟਡ ਸੋਇਲ ਹੁੰਦੀ ਹੈ। ਸੋਇਲ ਸੈਚੂਰੇਟਡ ਵਿਦ ਵਾਟਰ ਹੁੰਦੀ ਹੈ। ਜਿਸ ਲੈਵਲ ਤੇ ਉਹ ਸੈਚੂਰੇਟਡ ਸੋਇਲ ਆ ਜਾਏ, ਸੋਇਲ ਸੈਚੂਰੇਟਡ ਵਿਦ ਵਾਟਰ ਆ ਜਾਏ, ਉਹਨੂੰ ਆਪਾਂ ਗਰਾਊਂਡ ਵਾਟਰ ਟੇਬਲ ਕਹਿੰਦੇ ਹਾਂ। ਯਾਨੀ ਕਿ ਉੱਪਰ ਜਿਹੜੀ ਸੋਇਲ ਆ, ਗਰਾਊਂਡ ਵਾਟਰ ਟੇਬਲ ਤੋਂ ਉੱਪਰ ਜਿਹੜੀ ਸੋਇਲ ਹੈ, ਇਹਦੇ ਸੋਇਲ ਦੇ ਪਾਰਟੀਕਲਸ ਦੇ ਵਿੱਚ ਜਿਹੜੀਆਂ ਸਪੇਸਿਸ ਹੈ, ਉੱਥੇ ਪਾਣੀ ਵੀ ਹੈ, ਉੱਥੇ ਹਵਾ ਵੀ ਹੈ। ਲੇਕਿਨ ਇਹ ਵਾਟਰ ਟੇਬਲ ਤੋਂ ਨੀਚੇ ਜਿਹੜੀ ਸੋਇਲ ਹੈ, ਇੱਥੇ ਪਾਰਟੀਕਲਸ ਦੇ ਵਿੱਚ ਜਿਹੜੀਆਂ ਸਪੇਸਿਸ ਹੈ, ਉੱਥੇ ਪਾਣੀ ਹੀ ਪਾਣੀ ਹੈ। ਤਾਂ ਜਦੋਂ ਲੈਟਸ ਸੇ ਕਿ ਆਪਾਂ ਇਰੀਗੇਸ਼ਨ ਸਪਲਾਈ ਕੀਤੀ, ਇਰੀਗੇਸ਼ਨ ਨਾਲ ਕੀ ਹੋਇਆ ਕਿ ਪਾਣੀ ਉੱਪਰੋਂ ਗਰਾਊਂਡ ਵਾਟਰ ਟੇਬਲ ਤੱਕ ਫਲੋ ਕਰ ਗਿਆ। ਡਰਾਈ ਸੀਜ਼ਨ ਆਇਆ, ਡਰਾਈ ਸੀਜ਼ਨ 'ਚ ਕੀ ਹੋਊਗਾ? कैपिलरी एक्शन करके वाटर इत्थों मूव करूगा, सरफेस ते आने की टेंडेंसी रखूगा, हौली हौली करके इवैपोरेट होंदा रहिंदा। सॉयल दी जिहड़ा मॉइस्चर है इवैपोरेट कर जाता है ड्राई कंडीशनस च, ओबवियस अपनी कॉमन सेंस ही है। ये जदों वाटर उपर आंदा है, अपने नाल सॉल्ट्स लैके आंदा, पहला भी मैं जिक्र किया इस गल का, अपने नाल सॉल्ट्स लैके आंदा है। हुण वाटर तो उपर आके इवैपोरेट हो जाता है,
ਇਵੈਪੋਰੇਸ਼ਨ ਹੋ ਗਈ, ਕੰਡੈਂਸੇਸ਼ਨ ਹੋ ਗਈ, ਅੱਗੇ ਦਾ ਜਿਹੜੀ ਕਹਾਣੀ ਹੈ ਉਹ ਚੱਲਦੀ ਰਹੂਗੀ। ਬਟ ਵਾਟ ਅਬਾਊਟ ਸੌਲਟਸ? ਹੁਣ ਕੈਲਸ਼ੀਅਮ ਦੇ ਸੌਲਟ, ਸੋਡੀਅਮ ਦੇ ਸੌਲਟਸ, ਪੋਟੈਸ਼ੀਅਮ ਦੇ ਸੌਲਟਸ ਇਹ ਥੋੜੀ ਇਵੈਪੋਰੇਟ ਕਰ ਜਾਣਗੇ, ਇੱਥੇ ਡਿਪੋਜ਼ਿਟ ਹੋ ਜਾਂਦੇ ਆ। As a result of this thing, the salts are deposited on the top soil, on the top surface of the soil, in the top layer of the soil. This leads to formation of alkaline soils, saline soils. ठीक है जी? Dry climate with poor drainage. इत्थे poor drainage ਦਾ ਕੀ ਰੋਲ ਹੈ? ਜੇ ਤਾਂ ਗਰਾਊਂਡ ਵਾਟਰ ਟੇਬਲ ਥੋੜਾ ਜਿਹਾ ਨੀਚੇ ਹੋਵੇ ਜਾਂ ਸੋਇਲ ਇਸ ਤਰ੍ਹਾਂ ਦੀ ਹੋਵੇ, ਸਲੋਪਿੰਗ ਸੋਇਲ ਹੋਵੇ ਕਿ ਇੱਥੇ ਇੱਕ ਵਾਰੀ ਪਾਣੀ ਸਪਲਾਈ ਕੀਤਾ ਆਪਾਂ ਇਰੀਗੇਸ਼ਨ ਨਾਲ ਜਾਂ ਰੇਨਫਾਲ ਨਾਲ, ਤਾਂ ਇਹ ਪਾਣੀ ਸਾਰਾ ਬਹਿ ਗਿਆ, ਇੱਧਰ ਸਾਈਡ ਤੇ ਚਲਾ ਗਿਆ, ਨੀਚੇ ਚਲਾ ਗਿਆ, ਸਮਥਿੰਗ ਆਫ ਦੈਟ ਸੌਰਟ। ਪੂਅਰ ਡਰੇਨੇਜ ਕਰਕੇ ਕੀ ਹੁੰਦਾ ਹੈ ਕਿ ਵਾਟਰ ਟੇਬਲ ਇੱਕ ਤਾਂ ਨੀਅਰ ਦੀ ਸਰਫੇਸ ਹੁੰਦਾ, ਜ਼ਿਆਦਾ ਥੱਲੇ ਨਹੀਂ ਹੁੰਦਾ, ਇੱਕ ਪਾਣੀ ਇੱਥੇ ਹੀ ਟਿਕਿਆ ਰਹਿੰਦਾ, ਪਾਣੀ ਨਾ ਉਧਰ ਜਾਂਦਾ, ਪਾਣੀ ਨਾ ਇੱਧਰ ਜਾਂਦਾ, ਪਾਣੀ ਫਲੋ ਨਹੀਂ ਕਰਦਾ, ਪਾਣੀ ਇੱਥੇ ਹੀ ਟਿਕਿਆ ਰਿਹਾ। ਐਂਡ ਦਿਸ ਰੀਜਨ ਹੈ ਜਿਹੜਾ ਵਾਟਰ ਟੇਬਲ ਹੈ ਇਜ਼ ਵੈਰੀ ਨੀਅਰ ਟੂ ਦੀ ਸਰਫੇਸ ਆਫ ਦੀ ਸੋਇਲ, ਇਜ਼ ਵੈਰੀ ਨੀਅਰ ਟੂ ਦੀ ਟੌਪ ਸਰਫੇਸ ਆਫ ਦੀ ਸੋਇਲ। ਹੁਣ ਜੇ ਵਾਟਰ ਟੇਬਲ ਹੀ ਥੱਲੇ ਹੁੰਦਾ ਤਾਂ ਜੇ ਆਪਾਂ ਇਰੀਗੇਸ਼ਨ ਨਾਲ ਵਾਟਰ ਸਪਲਾਈ ਵੀ ਕੀਤਾ ਜਾਂ ਰੇਨਫਾਲ ਵੀ ਹੋ ਗਈ ਹੈ ਤਾਂ ਪਾਣੀ ਬਹੁਤ ਨੀਚੇ ਚਲਾ ਜਾਣਾ ਸੀ, ਉੱਥੋਂ ਇਵੈਪੋਰੇਸ਼ਨ ਹੋਣਾ, ਉੱਥੋਂ ਆਹ ਕੈਪੀਲਰੀ ਐਕਸ਼ਨ ਹੋਣਾ ਬਹੁਤ ਔਖਾ ਹੈ। ਜਿੰਨਾ ਵਾਟਰ ਟੇਬਲ ਸਰਫੇਸ ਦੇ ਨੇੜੇ ਹੋਊਗਾ ਉਨਾ ਹੀ ਕੈਪੀਲਰੀ ਐਕਸ਼ਨ ਸੌਖਾ ਹੋ ਜਾਊਗਾ, ਉਨੀ ਜ਼ਿਆਦਾ ਟੈਂਡੈਂਸੀ ਰਹੂਗੀ ਸੌਲਟਸ ਡਿਸਟ੍ਰੀਬਿਊਟ ਹੋਣ ਦੀ ਔਨ ਦੀ ਸਰਫੇਸ, ਉਨੀਆਂ ਹੀ ਜ਼ਿਆਦਾ ਸੈਲਾਈਨ ਐਲਕਲਾਈਨ ਸੋਇਲਸ ਬਣਨਗੀਆਂ। ਆਪਣਾ ਜਿਹੜਾ ਪੰਜਾਬ 'ਚ ਸਾਊਥ ਪੰਜਾਬ ਵਾਲਾ ਜਿਹੜਾ ਰੀਜਨ ਹੈ, ਫਿਰੋਜ਼ਪੁਰ, ਮੁਕਤਸਰ, ਮਾਨਸਾ ਵਾਲੀ ਜਿਹੜੀ ਬੈਲਟ ਹੈ, ਉੱਥੇ ਪਾਰਟੀਕੂਲਰਲੀ ਫਾਜ਼ਿਲਕਾ, ਅਬੋਹਰ ਵਾਲਾ ਜਿਹੜਾ ਰੀਜਨ ਹੈ, ਉੱਥੇ ਇਹ ਵਾਟਰ ਲੌਗਿੰਗ ਜਾਂ ਸੈਲਾਈਨ ਐਲਕਲਾਈਨ ਸੋਇਲਸ ਬਹੁਤ ਵੱਡੀ ਪ੍ਰੋਬਲਮ ਬਣ ਚੁੱਕੀਆਂ। ਉਹਦਾ ਇੱਕ ਕਾਰਨ ਤਾਂ ਇਹੀ ਹੈ ਕਿ ਉੱਥੇ ਵਾਟਰ ਟੇਬਲ ਬਹੁਤ ਉੱਪਰ ਹੈ। ਵਾਟਰ ਟੇਬਲ ਕੈਨਾਲ ਇਰੀਗੇਸ਼ਨ ਵਾਲੇ ਰੀਜਨਸ 'ਚ ਵਾਟਰ ਟੇਬਲ ਉੱਪਰ ਹੁੰਦਾ। ਆਪਾਂ ਐਗਰੀਕਲਚਰ 'ਚ ਇਨ ਜਨਰਲ ਕਹਿੰਦੇ ਹਾਂ ਕਿ ਵਾਟਰ ਟੇਬਲ ਨੀਚੇ ਜਾ ਰਿਹਾ, ਵਾਟਰ ਟੇਬਲ ਨੀਚੇ ਜਾ ਰਿਹਾ। ਉਹ ਉੱਥੇ ਜਾ ਰਿਹਾ ਜਿੱਥੇ ਆਪਾਂ ਵੈਲ ਇਰੀਗੇਸ਼ਨ ਯੂਜ਼ ਕਰਦੇ ਹਾਂ, ਜਿੱਥੇ ਆਪਾਂ ਟਿਊਬਵੈਲਸ ਦਾ ਐਕਸੈਸ ਇਸਤੇਮਾਲ ਕਰ ਰਹੇ ਹਾਂ। ਜਿਨ੍ਹਾਂ ਏਰੀਆਜ਼ 'ਚ ਆਪਾਂ ਕੈਨਾਲ ਇਰੀਗੇਸ਼ਨ ਦਾ ਐਕਸੈਸ ਇਸਤੇਮਾਲ ਕਰ ਰਹੇ ਹਾਂ, ਉਹਨਾਂ ਏਰੀਆਜ਼ 'ਚ ਜਿਹੜਾ ਵਾਟਰ ਟੇਬਲ ਹੈ ਉਹ ਨੀਅਰ ਦੀ ਸਰਫੇਸ ਹੈ। ਵਾਟਰ ਟੇਬਲ ਨੀਅਰ ਦੀ ਸਰਫੇਸ ਹੋਣ ਨਾਲ ਕੀ ਹੁੰਦਾ, ਸੈਲਿਨਿਟੀ ਐਲਕਲਿਨਿਟੀ ਦੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਏਰੀਆ ਆਪਣਾ ਵੀ ਇਹੀ ਹੈ। ਸਾਊਥ ਪੰਜਾਬ ਅਗੇਨ ਕੋਈ ਬਹੁਤ ਜ਼ਿਆਦਾ ਬਾਰਿਸ਼ ਨਹੀਂ ਪੈਂਦੀ, ਡਰਾਈ ਕਲਾਈਮੇਟ ਹੈ, ਹੌਟ ਐਂਡ ਡਰਾਈ ਕਲਾਈਮੇਟ ਹੈ, ਪਲੱਸ ਪੂਅਰ ਡਰੇਨੇਜ ਵੀ ਹੋਗੀ ਬਿਕੋਜ਼ ਵਾਟਰ ਟੇਬਲ ਨੇੜੇ ਹੈ ਐਂਡ ਸੋਇਲਸ ਦਾ ਲੈਵਲ ਇਸ ਤਰ੍ਹਾਂ ਹੈ ਕਿ ਪਾਣੀ ਫਲੋ ਵੀ ਜ਼ਿਆਦਾ ਨਹੀਂ ਕਰ ਰਿਹਾ। ਐਲਕਲਾਈਨ ਸੋਇਲਸ ਡਿਵੈਲਪ ਹੁੰਦੀਆਂ ਇਨ ਦੀ ਐਰਿਡ ਐਂਡ ਦੀ ਸੈਮੀ ਐਰਿਡ ਰੀਜਨ। ਇਹ ਤਾਂ ਇੱਕ ਤਰ੍ਹਾਂ ਦੀਆਂ ਹੋ ਗਈਆਂ ਸੈਲਾਈਨ ਐਲਕਲਾਈਨ ਸੋਇਲਸ। ਜੇ ਤੁਹਾਨੂੰ ਇਹ ਡਿਸਕਸ਼ਨ ਸਮਝ ਆ ਗਈ ਹੈ ਤਾਂ ਨੈਕਸਟ ਤਰ੍ਹਾਂ ਦੀ ਜਿਹੜੀਆਂ ਸੈਲਾਈਨ ਸੋਇਲਸ ਹੈ, ਨੈਕਸਟ ਤਰ੍ਹਾਂ ਦੀਆਂ ਕੰਡੀਸ਼ਨ ਜਿਸ 'ਤੇ ਸੈਲਾਈਨ ਸੋਇਲਸ ਬਣਦੀਆਂ ਉਹ ਤਾਂ ਤੁਹਾਨੂੰ ਆਟੋਮੈਟਿਕਲੀ ਅੰਡਰਸਟੂਡ ਹੀ ਹੈ। ਵਾਟਰ ਲੌਗਡ ਐਂਡ ਸਵੈਂਪੀ ਏਰੀਆਜ਼। ਵਾਟਰ ਲੌਗਿੰਗ ਕੀ ਹੈ? ਅਗੇਨ ਇਹੀ ਜਿਹੜਾ ਆਪਣਾ ਸਾਊਥ ਪੰਜਾਬ ਵਾਲੇ ਰੀਜਨ ਦੀ ਮੈਂ ਗੱਲ ਕਰ ਰਿਹਾ, ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ ਵਾਲੇ ਰੀਜਨ ਦੀ ਮੈਂ ਗੱਲ ਕਰ ਰਿਹਾ। ਉਹ ਵਾਟਰ ਲੌਗਿੰਗ ਵੀ ਉੱਥੇ ਇੱਕ ਬਹੁਤ ਮੇਜਰ ਪ੍ਰੋਬਲਮ ਹੈ। ਵਾਟਰ ਲੌਗਿੰਗ ਕਿਹਨੂੰ ਕਹਿੰਦੇ ਆ? ਉਹ ਇਹ ਨਹੀਂ ਕਿ ਜ਼ਰੂਰੀ ਨਹੀਂ ਵਾਟਰ ਲੌਗਿੰਗ 'ਚ ਇੱਕ ਪੂਲ ਆਫ ਵਾਟਰ ਹੀ ਬਣਿਆ ਹੋਊਗਾ ਵੀ ਬਾਰਿਸ਼ ਪਈ ਐਂਡ ਲਾਈਕ ਪੂਰਾ ਪੂਲ ਆਫ ਵਾਟਰ ਬਣ ਗਿਆ। ਵਾਟਰ ਲੌਗਿੰਗ ਉਸ ਕੰਡੀਸ਼ਨ ਨੂੰ ਕਹਿੰਦੇ ਆ ਜਦੋਂ ਇਹ ਗਰਾਊਂਡ ਵਾਟਰ ਟੇਬਲ ਹੈ ਜਿਹੜਾ ਇਜ਼ ਵੈਰੀ ਨੀਅਰ ਟੂ ਦੀ ਸਰਫੇਸ ਆਫ ਦੀ ਸੋਇਲ। ਆਹ ਸਰਫੇਸ ਆਫ ਦੀ ਸੋਇਲ ਹੈ, ਇੱਥੇ ਹੀ ਗਰਾਊਂਡ ਵਾਟਰ ਟੇਬਲ ਹੈ, ਯਾਨੀ ਕਿ ਆ ਸਾਰੀ ਸੋਇਲ ਹੀ ਸੈਚੂਰੇਟਿਡ ਵਿਦ ਵਾਟਰ ਹੈ। ਨਾਓ ਇਮੈਜਿਨ ਥੋੜੀ ਜੀ ਤੁਸੀਂ ਐਕਸਟਰਾ ਰੇਨਫਾਲ ਆ ਗਈ, ਥੋੜੀ ਜੀ ਜ਼ਿਆਦਾ ਐਕਸੈਸ ਰੇਨਫਾਲ ਆ ਗਈ, ਕੀ ਹੋਊਗਾ? ਪਾਣੀ ਨੀਚੇ ਜਾ ਸਕਦਾ? ਨੀਚੇ ਜਾ ਨਹੀਂ ਸਕਦਾ, ਪਹਿਲਾਂ ਹੀ ਸਾਰਾ ਸੈਚੂਰੇਟਡ ਹੈ। ਕੀ ਹੋਊਗਾ? ਸਾਰਾ ਵਾਟਰ ਇੱਥੇ ਕਲੈਕਟ ਹੋ ਜਾਊਗਾ, ਫੀਲਡਸ ਫਲੱਡ ਹੋ ਜਾਣਗੀਆਂ। ਹੁਣ ਇਹਨਾਂ ਰੀਜਨਸ 'ਚ ਜਿੱਥੇ ਵਾਟਰ ਟੇਬਲ ਇਜ਼ ਆਲਮੋਸਟ ਐਟ ਦੀ ਸਰਫੇਸ, ਥੋੜਾ ਜਿਹਾ ਸਰਫੇਸ ਤੋਂ ਥੱਲੇ ਵੀ ਹੁੰਦਾ ਕਈ ਵਾਰੀ, ਮਤਲਬ ਵੈਰੀ ਨੀਅਰ ਟੂ ਦੀ ਸਰਫੇਸ ਆਫ ਦੀ ਸੋਇਲ, ਉਹਨਾਂ ਕੇਸਿਸ 'ਚ ਵੀ ਕੈਪੀਲਰੀ ਐਕਸ਼ਨ ਬਹੁਤ ਈਜ਼ੀ ਹੋ ਜਾਊਗਾ।
एंड क्योंकि ये ऑलरेडी वाटर लॉग्ड या स्वैम्पी एरियाज है तो ड्रेनेज तो उत्थे ओबवियसली पूअर है, वाटर किते जा नहीं रहा, बस उत्थे ही खड़िया होया। तो इस तरह भी सलाइन एल्कलाइन सॉइल्स बनती हैं। तीसरा अगेन नाम तो ही क्लियर है, सी वाटर इंट्रूजन इन कोस्टल एरियाज। सी वाटर अंदर लैंड की तरफ आ गया, सी वाटर सॉल्टी हुंदा, सॉल्टी सॉल्ट्स डिपॉजिट हो गए, सलाइन सॉइल्स बन गई। तो ये तीन तरह दी अपनी सलाइन सॉइल्स बन सकती हैं। ड्राई क्लाइमेट एंड पूअर कंडीशंस से जो ड्राई एंड सैमी एरिड कंडीशंस होंगी उत्थे डिवेलप हो सकती हैं, या वाटर लॉग्ड एंड स्वैम्पी एरियाज से डिवेलप हो सकती हैं, या फिर सी वाटर इंट्रूजन्स इनटू कोस्टल एरियाज से डिवेलप हो सकती हैं। ठीक है जी। तो इन्हां दी कंडीशंस थोड़ी जी ध्यान च रखना अपने पर्टिकुलरली साउथ पंजाब च, क्योंकि ये प्रॉब्लम रहिंदी है, एग्रीकल्चर की प्रॉब्लम रहिंदी है, तो एग्जाम च पूछा जा सकता है इस कंटैक्स्ट च। सो ये अपन जी टाइप्स ऑफ सॉयल सी, डिफरेंट फीचर्स ऑफ सॉयल सी, वो वाला टॉपिक अपना कंप्लीट होंगे। नैक्सट अपना प्रॉब्लम्स ऑफ इंडियन सॉयल, जस्ट बेसिक दियाँ प्रॉब्लम्स है, वैसे तो मेन्स का टॉपिक है बट थोड़ी मोटी मोटी आप डिस्कशन कर लें। सॉयल इरोजन, इरोजन इज रिमूवल ऑफ द फर्टाइल टॉप लेयर ऑफ द सॉयल। जी टॉप सॉयल होंगी है सब तो ज़्यादा फर्टाइल होंगी है, वही जे एजेंट्स ऑफ इरोजन विंड, एयर, ग्लेशियर या वाटर ब्लो करके ले जान तो नीचे वाली सब सॉयल एक्सपोज हो जाती है। सब सॉयल च कोई न्यूट्रीएंट्स नहीं होंगे, सब तो ज़्यादा न्यूट्रीएंट्स होंगे टॉप सॉयल च, ऑर्गेनिक कंटेंट होंगे टॉप सॉयल च, वही प्लांट लाइफ नू सपोर्ट कर सकती है। एंड वो जो ब्लो हो जाऊगी, इरोड हो जाऊगी, तो ऑफकोर्स एग्रीकल्चरल प्रोडक्टिविटी ते भी, लैंड प्रोडक्टिविटी ते भी फर्क पऊगा। हिमालयन रीजन च चंबल रेवाइन्स, आपां चंबल वाला रीजन कीता सी, एक्सैसिव वाटर इरोजन ਲਈ ਜਾਣਿਆ ਜਾਂਦਾ ਹੈ, ਐਕਸੈਸਿਵ ਗਲੀ ਇਰੋਜਨ ਲਈ ਜਾਣਿਆ ਜਾਂਦਾ ਹੈ, ਐਂਡ ਇਟ ਲੀਡਸ ਟੂ ਫਾਰਮੇਸ਼ਨ ਆਫ ਰੈਵੀਨਸ। ਇੱਕ ਅਨਈਵਨ ਜੀ ਟੋਪੋਗ੍ਰਾਫੀ ਬਣ ਜਾਂਦੀ ਹੈ ਜਿੱਥੇ ਐਗਰੀਕਲਚਰ ਕਰਨਾ ਪੋਸੀਬਲ ਨਹੀਂ ਹੁੰਦਾ, ਇਸ ਕਰਕੇ ਇਸ ਨੂੰ ਬੈਡ ਲੈਂਡ ਟੋਪੋਗ੍ਰਾਫੀ ਵੀ ਕਿਹਾ ਜਾਂਦਾ ਹੈ। ਡੈਫੀਸ਼ੀਐਂਸੀ ਇਨ ਫਰਟੀਲਿਟੀ, अगेन रेड एंड लेटराइट सॉइल से एक बेसिक प्रॉब्लम है कि सॉइल्स इन जनरल दे आर नॉट एज फर्टाइल, सो दे सपोर्ट लेस क्रॉप्स एंड द यील्ड ऑफ द क्रॉप, द प्रोडक्शन ऑफ द क्रॉप्स इज ऑल्सो लेस इन दीज सॉइल्स। डेजर्टिफिकेशन, वी हैव ऑलरेडी पॉइंटेड अपॉन दिस थिंग कि थार डेजर्ट के अराउंड जो सराउंडिंग रीजनस है उन्होंने डेजर्टिफिकेशन हो रही है। वाटर लॉगिंग इज़ अ प्रॉब्लम पर्टिकुलरली सीवियर इन पंजाब हरियाणा रीजन। वाई वाटर लॉगिंग ये तुसी ध्यान च रखना है, बिकॉज ऑफ एक्सेस यूज ऑफ कैनाल इरीगेशन। वाटर टेबल दा थल्ले जाना क्यों हुंदा है? एक्सेस ऑफ ट्यूबवेल इरीगेशन। वाटर टेबल दा ऊपर आना, वाटर लॉगिंग कंडीशंस क्यों होंदी हैं? बिकॉज ऑफ एक्सेस ऑफ कैनाल इरीगेशन। सैलिनिटी, अल्कनिटी ऑलरेडी आप डिस्कस किया। एक्सेसिवली इरीगेटेड एंड एक्सेसिवली कैनाल इरीगेटेड रीजन्स ऑफ पंजाब, हरियाणा एंड कर्नाटका। ओवर एक्सप्लॉयटेशन ऑफ सॉयल ऑब्वियसली। सॉयल इरोजन ते थोड़ी जी डिस्कशन करांगे, आही अपने सॉयल वाटर इरोजन, विंड इरोजन एंड ऑल। रिमूवल ऑफ फर्टाइल टॉप सॉयल। इरोजन प्रॉब्लमैटिक क्यों है? हुण विंड नूं तां 2 दिन लगने हैं सॉयल नूं इरोड, टॉप सॉयल नूं इरोड करन ते, जो फुल स्पीड ते ब्लो कर रही है, उहदे रस्ते 'च कोई बैरीयर नहीं हैगा। सॉयल नूं बनन लई लखां साल लग गए। वंस इरोडेड it would take so many years to replenish the fertile topsoil. That is why soil erosion leads to land degradation. वैसे तो डॉक्टरां वाली लिखाई लिखी है मैं, पर फिर भी समझने की कोशिश करनी है। लैंड डिग्रेडेशन, लैंड की क्वालिटी डिग्रेड होना, लैंड की प्रोडक्टिविटी डिग्रेड होना, सॉयल इरोजन नाल ये चीज़ हो जाती है। कुछ टर्म्स अपन टाइप्स ऑफ सॉयल इरोजन तुसी कह दो, कह सकते हो इस टॉपिक में। कुछ टर्म्स मैं तुहाडे नाल डिस्कस करना चाहना है। वाटर इरोजन दे अगेंस्ट लेट्स से वाटर फ्लो कर रहे हैं, मतलब लेट्स से कि वाटर अंदर वाली साइड से, मतलब अक्रॉस दी प्लेन ऑफ दी बोर्ड फ्लो कर रहा है, मतलब प्रोफाइल च नहीं तुसी देखना है इनू। लेट्स से कि पानी अंदरों बाहर की तरफ आ रहा है या
बाहरों अंदर की तरफ बोर्ड की तरफ जा रहा है एंड इत्थे एक स्ट्रीम ऑफ वाटर है। बिकॉज ऑफ द फ्लो ऑफ वाटर की हुंदा है कि जिथे जिथे इस प्लेन सरफेस ते, एक प्लेन सरफेस ते वाटर रोड दिए तो किस तरह की इरोजन होगी, शीट इरोजन। इत्थे मैं लिखा भी होगा दिस वॉज अ प्लेन सरफेस एंड इत्थे आपां पानी रोड़ता बिल्कुल फ्लैट लैंड ते लेट्स से तुसीं टब भर के पानी रोड़ता तां पूरा एक शीट ब्लो हो जाती है, शीट ऑफ टॉप सॉइल रिमूव हो जाती है। उस तरह की इरोजन नूं आपां कहते शीट इरोजन। कई बारी हुण नैचुरल लैंड च की हुंदा है कि अनईवन लैंड हुंदी है, किते जिथे डिप्रैशन होगा उत्थे वाटर ज़्यादा फ्लो करूगा, जिथे थोड़ा जा से कि उठिया होया जमीन होगी उत्थे वाटर घट फ्लो करूगा। मतलब लैंड इन जनरल अनईवन ही हुंदी है। ਉਹਦੇ ਕਰਕੇ ਜਿਹੜੇ ਆਹ ਛੋਟੇ ਛੋਟੇ ਟਿੱਬੇ ਜੇ ਬਣ ਜਾਂਦੇ ਆ ਬਿਕੋਜ਼ ਆਫ ਦੀ ਫਲੋ ਆਫ ਵਾਟਰ। these ਛੋਟੇ ਜਿਹੇ ਡਿਪਰੈਸ਼ਨਸ ਆਰ ਨੋਨ ਐਸ ਰਿਲਸ। ਰਿਲ ਇਰੋਜਨ ਫਿੰਗਰ ਲਾਈਕ ਡਿਪਰੈਸ਼ਨਸ ਬਣ ਜਾਂਦੇ ਆ, ਫਿੰਗਰ ਲਾਈਕ ਸ਼ੈਲੋ डिप्रैशनस या वैलीज। छोटे छोटे जड़े डिप्रैशनस बन गए या छोटिया छोटिया जड़ियाँ वैलीज दियाँ बन गई रिल्स। हुण यही मान लो कि पानी बही जा रहा है या तो से कि रेनफॉल इज द सोर्स ऑफ वाटर या से रिवर फ्लड्स आर द सोर्स ऑफ वाटर। वाटर बही जा रहा है इस रीजन तो की होगा आ जड़ियाँ रिल्स बनी हैं छोटिया छोटिया जड़ियाँ डिप्रैशनस बने हैं इससे होर पानी फ्लो करूगा तो की होगा रिल्स डीप हो जाएंगे, इनकी डेप्थ बढ़ती रहूगी, इवेंचुअली इस तरह की टोपोग्राफी बन जूगी। रिल्स दी डीपनिंग होगी है जी डीपनड रिल्स है, दीज आर गलीज। गली इरोजन होगी ये नाल, मतलब एक स्टेज तो ही आप शीट इरोजन तो स्टार्ट किया, फ्लैट लैंड सी आप पानी से के फ्लो करवाया, ਉਹਦੇ ਨਾਲ ਕੀ ਹੋਇਆ थोड़े 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 पहला तो पूरी शीट ही ब्लो हो गई, फिर इवेंचुअली की होगा थोड़े थोड़े जे डिप्रैशनस पै जाएंगे, रिल्स बन गए, होर पानी ब्लो कराओगे फ्लो करवाओगे की होगा वो डिप्रैशनस डीप हो जाएंगे, डीप डिप्रैशनस आर नोन एज गलीज। होर वाटर फ्लो करवाओ, होर ज़्यादा वाटर इरोजन करवाओ की होगा गलीज की डेप्थ भी एक्सपैंड करूगी, होर ज़्यादा डीप हो जाएंगियां है गलीज। इन्नी ज़्यादा अनईवन सरफेस होगी गलीज की, इदा कि डेप्थ घट होंगी है, आप टोए टिब्बियां नूं भर सकते हैं, इधरों एक्सट्रा मिट्टी चक्की जिथे थोड़ा जिहा टिब्बा बनया होया है उन्होंने डिप्रैशन च पाता, थोड़ी जी लैवलिंग पॉसीबल होंगी है जे आप एग्रीकल्चर प्रैक्टिस करना चाहते हैं। बट एक पॉइंट ऑफ टाइम इदा होगा वाटर इरीगेशन इन्नी ज़्यादा वाटर इरोजन इन्नी ज़्यादा हो जूगी कि वो जड़ियाँ डिप्रैशनस बन रही हैं जड़े वैलीज जियाँ बन रही हैं वो बहुत ज़्यादा डीप हो जाएगियाँ एंड अपने लिए ये इकनोमिकल नहीं रहूगा कि आप टिब्बियां तो से कि मिट्टी लैके वो डिप्रैशनस नूं फिल करिए एंड उत्थे उन्होंने बिल्कुल प्लेन करके इरीगेशन करना या एग्रीकल्चर करना एग्रीकल्चर करना स्टार्ट करिए, इकनोमिकल नहीं रहिंदा। इन्नियां लाइक डीप वैलीज बन जांदियां, इन्नियां डीप रेवाइन्स बन जांदियां, इन्हां डीप वैलीज नूं ही आपां कहने आ रेवाइन्स। फॉर्मेशन ऑफ रेवाइन्स हिंडर्स एग्रीकल्चरल प्रोडक्शन, इसलिए जिथे गली एक्सैसिव गली इरोजन होंदी है उत्थे फॉर्मेशन ऑफ रेवेन्स होंदी है, जिथे रेवेन्स बनती हैं उस जगह नूं आपां बैड लैंड टोपोग्राफी कहते हैं। चंबल वाला एरिया, चंबल की घाटी, बिहड़ वाला इलाका इज़ नोन फॉर बैड लैंड टोपोग्राफी, इज़ नोन फॉर रेवीन्स। किमें बनती है रेवीन्स? बिकॉज ऑफ एक्सेस गली इरोजन। नॉर्मल गली इरोजन होवे उन्होंने पद्धर किया जा सकता है, शीट इरोजन वी हैव ऑलरेडी डिस्कस्ड। एक मैं तुहानूं जस्ट दसना ही सीगा कि जिहड़ी सॉयल इरोजन है वो ग्लेशियर्स नाल भी हो सकती है। ग्लेशियर भी की हुंदे मूविंग मास ऑफ आइस हुंदी है, जदों आइस मूव करती है से कि जदों ग्लेशिएशन हुई आइस थोड़ी जी अगे मूव की, जदों ड्राई सीजन आया या फिर से
ਵਾਰਮ ਸੀਜ਼ਨ ਆਇਆ ਰਿਲੇਟਿਵਲੀ ਗਲੇਸ਼ੀਏਸ਼ਨ ਥੋੜੀ ਜੀ ਪਿੱਛੇ ਚਲੀ ਗਈ। ਜਦੋਂ ਆਈਸ ਮੂਵ ਕਰਦੀ ਹੈ ਉਹ ਵੀ ਆਪਣੇ ਨਾਲ ਸੋਇਲ ਨੂੰ ਕੈਰੀ ਕਰਦੀ ਹੈ, ਸੋਇਲ ਦੇ ਪਾਰਟੀਕਲਸ ਨੂੰ ਕੈਰੀ ਕਰਦੀ ਹੈ। ਮਤਲਬ ਤੁਹਾਨੂੰ ਏਜੰਟਸ ਆਫ ਇਰੋਜਨ ਜਾਏ ਕਿ ਵਿਚ ਆਫ ਦੀ ਫੋਲੋਇੰਗ ਏਜੰਟਸ ਕੈਨ ਕਾਜ਼ ਸੋਇਲ ਇਰੋਜਨ, ਉਹ 'ਚ ਗਲੇਸ਼ੀਅਰ ਨੂੰ ਨਾ ਕਰਦੇ ਹੋ, ਗਲੇਸ਼ੀਅਰ ਨਾਲ ਵੀ ਇਰੋਜਨ ਹੁੰਦੀ ਹੈ। ਠੀਕ ਹੈ। ਨੈਕਸਟ ਆਪਾਂ ਓਬਵੀਅਸ ਟਾਈਪ ਆਫ ਏਜੰਟ ਆਫ ਇਰੋਜਨ ਤੇ ਆਉਂਦੇ ਹਾਂ, ਵਿੰਡ ਇਰੋਜਨ। ਵਿੰਡ ਇਰੋਜਨ ਓਬਵੀਅਸਲੀ ਤੁਹਾਨੂੰ ਪਤਾ ਹੈ ਐਰਿਡ ਐਂਡ ਸੈਮੀ ਐਰਿਡ ਡਰਾਈ ਰੀਜਨਸ 'ਚ ਜ਼ਿਆਦਾ ਡੋਮੀਨੈਂਟ ਹੈ। ਡਰਾਇਰ ਕੰਡੀਸ਼ਨਸ ਹੈ, ਵੈਜੀਟੇਸ਼ਨ ਘੱਟ ਹੈ, ਵਿੰਡ ਥੋੜੀ ਜਿਹੀ ਤੇਜ਼ ਚੱਲਦੀ ਹੈ, ਵਿੰਡ ਨੂੰ ਕੋਈ ਓਬਸਟੈਕਲਸ ਨਹੀਂ ਮਿਲਦੇ ਤਾਂ ਉਹਦੀ ਕੈਰਿੰਗ ਕੈਪੈਸਿਟੀ ਵਧ ਜਾਂਦੀ ਹੈ, ਉਹ ਸੋਇਲ ਨੂੰ ਵੀ ਆਪਣੇ ਨਾਲ ਕੈਰੀ ਕਰ ਲੈਂਦੀ ਹੈ। ਐਬਸੈਂਸ ਆਫ ਟਰੀਜ਼ or any other form of physical obstruction। oasis formation, oasis ਕੀ ਹੁੰਦਾ ਹੈ ਭਾਈ? रेगिस्तान में छोटा सा पॉन्ड ऑफ वाटर। अब रेगिस्तान में पॉन्ड ऑफ वाटर कहाँ से आया? रेगिस्तान ਤਾਂ मतलब सैंड ही सैंड नाल भरी हुई दुनिया ਐਂਡ ਉੱਥੇ ਇੱਕ ਛੋਟਾ ਜਿਹਾ ਪੌਂਡ ਆਫ ਵਾਟਰ ਕਿਵੇਂ ਡਿਵੈਲਪ ਹੁੰਦਾ ਹੈ? ਰੇਗਿਸਤਾਨ ਵਾਲੇ ਰੀਜਨ 'ਚ ਵੀ ਕਿਤੇ ਨਾ ਕਿਤੇ ਮਤਲਬ ਸੈਂਡ ਡਿਊਨਸ ਬਣੇ ਹੁੰਦੇ ਆ। ਕਲੀਅਰ ਕਰੋ ਇਹਨੂੰ। ਸੈਂਡ ਡਿਊਨਸ ਵਗੈਰਾ ਬਣੇ ਹੁੰਦੇ ਆ। विंड चल रही है, विंड इरोजन हो रही है, सैंड ब्लो कर रही है एंड सैंड ड्यून्स मूव करते रहते हैं। इवन इन रेगिस्तानी इलाके देयर एग्जिस्ट वाटर टेबल, देयर एग्जिस्ट ग्राउंड वाटर टेबल, देयर एग्जिस्ट अ लेवल below which water is saturated, below which soil is saturated with water। जे विंड इरोजन ਹੁੰਦੀ ਮੰਨ ਲਓ this portion of wind is blown away, this portion of sand is blown away by wind, ਇਹਦੀ ਡੈਪਥ ਹੋ ਗਈ ਇਹ ਉੱਪਰ ਵਾਲੀ ਡਿਲੀਟ ਕਰ ਦਿਓ। ਹੋਰ ਵਿੰਡ ਇਰੋਜਨ ਹੋ ਗਈ, ਇਹਦੀ ਡੈਪਥ ਹੋ ਗਈ ਇਹ। ਹੋਰ ਵਿੰਡ ਇਰੋਜਨ ਹੋ ਗਈ, ਇਹਦੀ ਡੈਪਥ ਹੋ ਗਈ ਇਹ। ਜਦੋਂ ਵਾਟਰ ਟੇਬਲ ਤੋਂ ਥੱਲੇ ਚਲੇ ਜਾਊਗਾ ਇੰਨੀ ਜ਼ਿਆਦਾ ਇਰੋਜਨ ਹੋ ਗਈ ਤੇ ਉੱਪਰ ਵਾਲੀ ਸਾਰੀ ਵਿੰਡ ਇਰੋਡ ਹੋ ਗਈ, ਉੱਪਰ ਵਾਲੀ ਸਾਰੀ ਸੈਂਡ ਇਰੋਡ ਹੋ ਗਈ। ਜਦੋਂ ਵਾਟਰ ਟੇਬਲ ਵਾਲੇ ਲੈਵਲ ਤੇ ਆਊਗਾ ਤੇ ਇੱਥੇ ਆਪਾਂ ਨੂੰ ਇੱਕ ਪੂਲ ਆਫ ਵਾਟਰ ਨਜ਼ਰ ਆਉਣ ਲੱਗ ਪਊਗਾ, ਪੌਂਡ ਆਫ ਵਾਟਰ ਜਾਂ ਡਿਵੈਲਪ ਹੋ ਜਾਊਗਾ, ਦੈਟ ਇਜ਼ ਓਏਸਿਸ। ਉਹ ਇਹ ਡਿਸਕਸ਼ਨ ਸਿਮਿਲਰ ਹੈ ਆਪਾਂ ਵੈਲਸ 'ਚ ਪਾਣੀ ਆਪਾਂ ਨੂੰ ਕਿਵੇਂ ਮਿਲਦਾ ਹੈ। ਅਗੇਨ ਮੈਂ ਆਪਣੇ ਡਾਊਟ ਜਿਹੜਾ ਮੈਨੂੰ ਬਚਪਨ 'ਚ ਸੀ ਉਹ ਮੈਨੂੰ ਹਮੇਸ਼ਾ ਹੌਂਟ ਕਰਦਾ ਹੈ ਕਿਉਂਕਿ ਲਾਈਕ ਆਈ ਹੈਵ ਸੀਨ, ਮਤਲਬ ਜਦੋਂ ਮੈਂ ਛੋਟਾ ਸੀ ਲਾਈਕ ਮੈਂ ਵੈਲ ਇਮੈਜਿਨ ਕੀਤਾ, ਕੂਆਂ ਇਮੈਜਿਨ ਕੀਤਾ, ਖੂਹ ਇਮੈਜਿਨ ਕੀਤਾ ਵੀ ਜਨਤਾ ਨੇ ਆ ਪੱਟਿਆ ਹੋਇਆ ਖੱਡਾ ਜਾ ਇੰਨੀ ਥੱਲੇ ਖੱਡਾ ਪੱਟਤਾ ਕਿ ਇੱਕ ਪੂਲ ਆਫ ਵਾਟਰ ਆ ਗਿਆ। ਮੈਨੂੰ ਲੱਗਿਆ ਬਾਕੀ ਦੀ ਜ਼ਮੀਨ 'ਚ ਵੀ ਇੱਦਾਂ ਹੀ ਹੋਊਗਾ। ਉਹ ਵਾਟ ਇਜ਼ ਹਾਊ ਡਜ਼ ਅ ਵੈਲ ਡਿਵੈਲਪ, ਵਾਟ ਇਜ਼ ਦ ਪ੍ਰਿੰਸੀਪਲ ਬਾਈ ਵਿਚ ਦੀ ਵੈਲ ਡਿਵੈਲਪਸ ਕਿ ਆ ਜ਼ਮੀਨ ਹੈ, ਆ ਵਾਟਰ ਟੇਬਲ ਹੈ, ਇਹ ਵਾਟਰ ਟੇਬਲ ਹੈ। ਇੱਥੇ ਮੈਂ ਖੋਦਣਾ ਸਟਾਰਟ ਕਰਤਾ, ਜਦੋਂ ਮੈਂ ਇੱਥੇ ਤੱਕ ਖੋਦਿਆ ਕੋਈ ਪਾਣੀ ਨਹੀਂ ਸੀ, ਇੱਥੋਂ ਤੱਕ ਡਿਗ ਕੀਤਾ ਕੋਈ ਪਾਣੀ ਨਹੀਂ ਸੀ, ਇੱਥੇ ਡਿਗ ਕੀਤਾ ਕੋਈ ਪਾਣੀ ਨਹੀਂ। ਜਦੋਂ ਮੈਂ ਇਸ ਡੈਪਥ ਤੇ ਡਿਗ ਕਰੂੰਗਾ ਐਂਡ ਇਸ ਡੈਪਥ ਤੋਂ ਥੱਲੇ ਡਿਗ ਕਰੂੰਗਾ, ਮੰਨ ਲਓ ਇਸ ਡੈਪਥ ਤੱਕ ਮੈਂ ਡਿਗ ਕੀਤਾ ਤਾਂ ਦਿਸ ਪੋਰਸ਼ਨ ਸ਼ੈਲ ਬੀ ਫਿਲਡ ਵਿਦ ਵਾਟਰ। ਜਿਹੜਾ ਇਸ ਰੀਜਨ ਦਾ ਸਾਰਾ ਪਾਣੀ ਹੈ ਉਹ ਇੱਥੇ ਕਲੈਕਟ ਹੋ ਜਾਊਗਾ, ਇਸ ਰੀਜਨ 'ਚ ਫਲੋ ਕਰਦਾ ਹੋਇਆ ਇਸ ਰੀਜਨ 'ਚ ਕਲੈਕਟ ਹੋ ਜਾਊਗਾ। ਆਹੀ ਪਾਣੀ ਹੈ ਜਿਹੜਾ ਮੈਂ ਆਪਾਂ ਪੁਰਾਣੇ ਜ਼ਮਾਨੇ 'ਚ ਘੜੇ ਘੁੜੇ ਭਰਦੇ ਹੁੰਦੇ ਸੀ। ਸੋ ਦੀ ਪੁਆਇੰਟ ਇਸ ਕਿ ਆਪਾਂ ਇੰਨੀ ਡੈਪਥ ਤੱਕ ਜਾਣਾ ਹੈ ਕਿ ਗਰਾਊਂਡ ਵਾਟਰ ਟੇਬਲ ਤੋਂ ਥੱਲੇ ਪਹੁੰਚ ਜਾਈਏ। ਵੈਲ ਦੇ ਕੇਸ 'ਚ ਆਪਾਂ ਆਰਟੀਫਿਸ਼ਲੀ ਇਹ ਚੀਜ਼ ਕਰਦੇ ਹਾਂ, ਡਿਗ ਕਰਕੇ ਇਹ ਚੀਜ਼ ਕਰਦੇ ਹਾਂ। ਡੈਜ਼ਰਟਸ 'ਚ ਕਈ ਵਾਰੀ ਇਹੀ ਚੀਜ਼ ਨੈਚੁਰਲੀ ਹੋ ਜਾਂਦੀ ਹੈ ਕਿ ਉੱਪਰ ਵਾਲੀ ਸਾਰੀ ਜਿਹੜੀ ਸੋਇਲ ਹੈ ਉਹ ਇਰੋਡ ਹੋ ਗਈ ਐਂਡ ਨੈਚੁਰਲੀ ਹੀ ਇਰੋਡ ਕਰਦੇ ਇੱਥੇ ਤੱਕ ਪਹੁੰਚ ਗਏ। ਪੂਲ ਆਫ ਵਾਟਰ ਨਜ਼ਰ ਆ ਗਿਆ, ਬਣ ਗਿਆ ਓਏਸਿਸ। ਸੋ ਦਿਸ oasis wala region in deserts, it supports vegetation, it supports plant growth, it supports limited agriculture, it supports population। जनता भी फिर आके settle हो जाती है इस region च।
ਸੋ ਡੈਜ਼ਰਟਸ 'ਚ ਓਏਸਿਸ ਕਿਵੇਂ ਬਣਦੇ ਆ? ਵਿੰਡ ਇਰੋਜਨ ਨਾਲ ਹੀ ਬਣਦੇ ਆ। ਜਦੋਂ ਵਿੰਡ ਇੰਨੀ ਸੋਇਲ ਇਰੋਡ ਕਰ ਦਿੰਦੀ ਹੈ ਕਿ ਵਾਟਰ ਟੇਬਲ ਹੀ ਰੀਚ ਹੋ ਜਾਂਦਾ ਹੈ। ਫਿਰ ਸੋਇਲ ਨੂੰ ਆਪਾਂ ਕੰਜ਼ਰਵ ਕਿਸ ਤਰ੍ਹਾਂ ਕਰ ਸਕਦੇ ਹਾਂ? ਸਮ ਆਫ ਦੀ ਮੈਜਰਸ ਵਿਦ ਵਿਚ ਵੀ ਕੈਨ ਕੰਜ਼ਰਵ ਸੋਇਲ। ਤਾਂ ਕੁਛ ਇਸ 'ਚ ਜਨਰਲ ਜੇ ਵੈਸੇ ਤਾਂ ਟਰਮਸ ਹੈ ਐਂਡ ਤੁਹਾਨੂੰ ਇਨ ਜਨਰਲੀ ਆਪਾਂ ਨੂੰ ਪਤਾ ਕਿ ਹਾਊ ਆਲ ਵੀ ਕੈਨ ਕੰਜ਼ਰਵ ਸੋਇਲ, ਲੇਕਿਨ ਟੈਕਨੀਕੈਲਿਟੀਜ਼ ਆਫ ਦੀ ਟਰਮਸ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀਗਾ, ਇਸ ਕਰਕੇ ਮੈਂ ਇਨਿਊਮਰੇਟ ਕੀਤੀ ਹੈ। ਕੁਝ ਮਿਲਦੇ ਜੁਲਦੇ ਜੇ ਕਨਫਿਊਜ਼ਿੰਗ ਟਰਮਸ ਵੀ ਉਹ ਵੀ ਆਪਾਂ ਦੇਖਾਂਗੇ। ਕ੍ਰੌਪ ਰੋਟੇਸ਼ਨ ਕੀ ਹੁੰਦਾ ਜੀ? ਕ੍ਰੌਪ ਰੋਟੇਸ਼ਨ ਕਿ ਆਪਾਂ ਡਿਫਰੈਂਟ ਸੀਜ਼ਨਸ 'ਚ ਡਿਫਰੈਂਟ ਕ੍ਰੌਪਸ ਗਰੋ ਕਰ ਰਹੇ ਹਾਂ ਐਂਡ ਬਹੁਤ ਵਧੀਆ ਹੋਊਗਾ। ਮਤਲਬ ਇੱਕ ਤਾਂ ਉਹ ਚੀਜ਼ ਹੈ ਕਿ ਆਪਾਂ ਵੀਟ ਪੈਡੀ ਇਸ ਤਰ੍ਹਾਂ ਰੋਟੇਟ ਕਰ ਰਹੇ ਹਾਂ। ਇਸ ਤੋਂ ਵੀ ਬੈਟਰ ਹੋਊਗਾ ਕਿ ਆਪਾਂ ਮਲਟੀਪਲ ਸੀਜ਼ਨਸ 'ਚ ਮਤਲਬ ਮਲਟੀਪਲ ਕ੍ਰੌਪਸ ਗਰੋ ਕਰੀਏ, ਜਿਵੇਂ ਵੀਟ ਪੈਡੀ। ਲੈਟਸ ਸੇ ਅਗਲੇ ਸੀਜ਼ਨ 'ਚ ਆਪਾਂ ਮਸਟਰਡ ਗਰੋ ਕਰਤਾ, ਫਿਰ ਅਗਲੇ ਸੀਜ਼ਨ 'ਚ ਆਪਾਂ ਲੈਟਸ ਸੇ ਕਾਟਨ ਗਰੋ ਕਰਤਾ, ਫਿਰ ਨੈਕਸਟ ਸੀਜ਼ਨ 'ਚ ਫਿਰ ਕਾਟਨ ਤੋਂ ਬਾਅਦ ਲੈਟਸ ਸੇ ਵੀਟ ਗਰੋ ਕਰਤਾ, ਫਿਰ ਲੈਟਸ ਸੇ ਪੈਡੀ ਗਰੋ ਕਰਤਾ। ਇਸ ਤਰ੍ਹਾਂ ਮਤਲਬ ਮਲਟੀਪਲ ਕ੍ਰੌਪਸ ਜਦੋਂ ਆਪਾਂ ਗਰੋ ਕਰਦੇ ਹਾਂ ਔਨ ਅ ਸੇਮ ਪੀਸ ਆਫ ਲੈਂਡ ਇਨ ਡਿਫਰੈਂਟ ਸੀਜ਼ਨਸ, ਦਿਸ ਇਜ਼ ਨੋਨ ਐਜ਼ ਕ੍ਰੌਪ ਰੋਟੇਸ਼ਨ। ਕ੍ਰੌਪਸ ਦੀ ਰੋਟੇਸ਼ਨ ਹੋ ਰਹੀ ਹੈ, different crops are being grown at different seasons। ਫਿਰ ਇੱਕ ਟਰਮ ਹੈ ਸਟ੍ਰਿਪ ਕ੍ਰੌਪਿੰਗ, ਇੰਟਰ ਕ੍ਰੌਪਿੰਗ ਐਂਡ ਇਹਦੇ ਨਾਲ ਹੀ ਮਿਲਦੀ ਜੁਲਦੀ ਟਰਮ ਹੈ ਮਿਕਸਡ ਕ੍ਰੌਪਿੰਗ। ਇਹ ਬਿਲਕੁਲ ਸਿਮਿਲਰ ਟਰਮਸ ਹੈ, ਤਿੰਨੇ ਟਰਮਸ, ਇੰਟਰ ਕ੍ਰੌਪਿੰਗ, ਮਿਕਸਡ ਕ੍ਰੌਪਿੰਗ, ਸਟ੍ਰਿਪ ਕ੍ਰੌਪਿੰਗ। ਹੁਣ ਆਪਾਂ ਡਿਫਰੈਂਟ ਸੀਜ਼ਨਸ ਦੀ ਗੱਲ ਨਹੀਂ ਕਰ ਰਹੇ, ਹੁਣ ਆਪਾਂ ਇੱਕ ਸੀਜ਼ਨ ਦੀ ਗੱਲ ਕਰ ਰਹੇ ਹਾਂ। ਇੱਕ ਪਰਟੀਕੂਲਰ ਆਹ ਸੀਜ਼ਨ ਜਿਹੜਾ ਚੱਲ ਰਿਹਾ, ਲਾਈਕ ਐਨੀ ਪਰਟੀਕੂਲਰ ਸੀਜ਼ਨ, ਇੱਕ ਪਰਟੀਕੂਲਰ ਸੀਜ਼ਨ ਦੀ ਗੱਲ ਕਰ ਰਹੇ ਹਾਂ, ਇੱਕ ਪਰਟੀਕੂਲਰ ਪੀਸ ਆਫ ਲੈਂਡ ਦੀ ਗੱਲ ਕਰ ਰਹੇ ਹਾਂ। ਦੇयर इज दिस फार्म ऑफ माइन, इस फार्म ਤੇ ਇਸ ਪਰਟੀਕੂਲਰ ਸੀਜ਼ਨ 'ਚ ਇਸ ਪਰਟੀਕੂਲਰ ਟਾਈਮ ਤੇ ਮੈਂ ਵੀਟ ਵੀ ਗਰੋ ਕੀਤੀ ਹੋਈ ਹੈ, ਮੈਂ ਲੈਟਸ ਸੇ ਮਸਟਰਡ ਵੀ ਗਰੋ ਕੀਤੀ ਹੋਈ ਹੈ, ਲੈਟਸ ਸੇ ਮੈਂ ਗ੍ਰਾਮ ਵੀ ਗਰੋ ਕੀਤਾ ਹੋਇਆ, ਛੋਲੀਆ ਵੀ ਗਾਇਆ ਹੋਇਆ। ਇੱਕ ਹੀ ਪੀਸ ਆਫ ਲੈਂਡ ਤੇ ਇੱਕ ਪਰਟੀਕੂਲਰ ਸੀਜ਼ਨ 'ਚ ਮਲਟੀਪਲ ਕ੍ਰੌਪਸ ਗਰੋ ਕੀਤੀਆਂ ਹੋਈਆਂ। ਦੋ ਹੋਣ ਤਾਂ ਆਪਾਂ ਇੰਟਰ ਕ੍ਰੌਪਿੰਗ ਕਹਿ ਦਈਦਾ, ਦੋ ਤੋਂ ਜ਼ਿਆਦਾ ਹੋਣ ਮਿਕਸਡ ਕ੍ਰੌਪਿੰਗ ਕਹਿ ਦਈਦਾ, ਇੰਟਰ ਕ੍ਰੌਪਿੰਗ ਮਿਕਸਡ ਕ੍ਰੌਪਿੰਗ ਕਹਿ ਦੋ, ਸੇਮ ਗੱਲ ਹੀ ਹੈ। ਸਟ੍ਰਿਪ ਕ੍ਰੌਪਿੰਗ ਇੱਕ ਪਰਟੀਕੂਲਰ ਟਾਈਪ ਦੀ ਕ੍ਰੌਪਿੰਗ ਪੈਟਰਨ ਹੈ ਕਿ ਆਪਾਂ ਰੈਂਡਮਲੀ ਨਹੀਂ ਮਿਕਸ ਕੀਤਾ, ਰੋਜ਼ 'ਚ ਗਰੋ ਕੀਤਾ। ਆਹ ਵਾਲੀ ਜਿਹੜੀ ਸਾਰੀ ਰੋ ਹੈ ਇੱਥੇ ਵੀਟ ਗਰੋ ਕੀਤੀ ਹੈ ਮੈਂ, ਆਹ ਸਾਰੀ ਰੋ ਇੱਥੇ ਮੈਂ ਮਸਟਰਡ ਗਰੋ ਕੀਤਾ, ਆਹ ਸਾਰੀ ਵੀਟ ਹੈ ਇੱਥੇ ਰੋ ਹੈ ਇੱਥੇ ਮੈਂ ਲੈਟਸ ਸੇ ਗ੍ਰਾਮ ਗਰੋ ਕੀਤਾ। ਤਾਂ ਇੱਕ ਹੀ ਪੀਸ ਆਫ ਲੈਂਡ ਤੇ ਇੱਕ ਪਰਟੀਕੂਲਰ ਸੀਜ਼ਨ 'ਚ ਮਲਟੀਪਲ ਕ੍ਰੌਪਸ ਦਾ ਗਰੋ ਹੋਣਾ, इंटर क्रॉपिंग, मिक्स्ड क्रॉपिंग या स्ट्रिप क्रॉपिंग। नेक्स्ट है, एक सेकेंड, फ्लोइंग परपेंडिकुलर टू दी विंड डायरेक्शन। एक ही चीज़ है, फ्लो करते हैं जो आप फील्ड नूं तो आप देखते हैं कि इन जनरल मान लो ਉਹ ਜਿਹੜੇ ਪਲੋ ਹੈ, ਹਲ ਹੈ, ਮੰਨ ਲਓ ਆਪਾਂ ਇਸ ਤਰ੍ਹਾਂ ਟਰੈਕਟਰ ਚਲਾਇਆ ਸੀਗਾ ਤਾਂ ਇਸ ਤਰ੍ਹਾਂ ਇੱਕ ਫਰੋਜ਼ ਜੀਆਂ ਬਣ ਜਾਂਦੀਆਂ ਇਵੈਂਚੁਅਲੀ। ਮਤਲਬ ਇੱਥੇ ਸੋਇਲ ਹੁੰਦੀ ਹੈ, ਲਾਈਕ ਫਰੋਜ਼ ਜੀਆਂ ਬਣ ਜਾਂਦੀਆਂ ਜਿਸ ਹਿਸਾਬ ਨਾਲ ਆਪਾਂ ਟਰੈਕਟਰ ਨੂੰ ਪਲੋ ਕਰੀਦਾ, ਲਾਈਕ ਸੋਇਲ ਨੂੰ ਪਲੋ ਕਰੀਦਾ। ਹੁਣ ਤੁਸੀਂ ਮੈਨੂੰ ਦੱਸਣਾ ਕੀ ਹੈ, ਹੁਣ ਫਲੋ ਤਾਂ ਮੈਂ ਇੱਕ ਵਾਰੀ ਕਰਾਤਾ, ਇਸ ਤੋਂ ਮੈਂ ਪਿੱਛੇ ਵਾਲਾ ਕੁਐਸਚਨ ਪੁੱਛ ਰਿਹਾ ਤਾਂ ਉਹ ਮੈਂ ਡਿਫਰੈਂਟ ਟਰਮਸ 'ਚ ਪੁੱਛੂੰਗਾ। ਇੱਦਾਂ ਫਲੋ ਕਰਨਾ ਇਸ ਕੰਡੀਸ਼ਨ 'ਚ ਬੈਟਰ ਹੋਊਗਾ ਜਾਂ ਵਿੰਡ ਜਦੋਂ ਇੱਕ ਕੇਸ 1 ਹੈ ਕਿ ਵਿੰਡ ਐਂ ਫਲੋ ਕਰ ਰਹੀ ਹੈ, ਇਨ ਦੀ ਪਲੇਨ ਆਫ ਦੀ ਬੋਰਡ ਵਿੰਡ ਇੱਦਾਂ ਫਲੋ ਕਰ ਰਹੀ ਹੈ। ਕੇਸ 2 ਹੈ ਫਲੋ ਆਪਾਂ ਇੱਦਾਂ ਹੀ ਕੀਤਾ ਲੇਕਿਨ ਵਿੰਡ ਐਂ ਫਲੋ ਕਰ ਰਹੀ ਹੈ, ਮਤਲਬ ਬਾਹਰ ਵਾਲੀ ਸਾਈਡ ਤੋਂ ਅੰਦਰ ਨੂੰ ਫਲੋ ਕਰ ਰਹੀ ਹੈ। ਕਿਸ ਕੇਸ 'ਚ ਆਪਾਂ ਨੂੰ ਇੱਦਾਂ ਫਲੋ ਕਰਨਾ ਹੈਲਪਫੁਲ ਰਹੂਗਾ?
इस केस 'ਚ ਜਦੋਂ ਵਿੰਡ ਇੱਦਾਂ ਬਲੋ ਕਰ ਰਹੀ ਹੈ, ਜਦੋਂ ਵਿੰਡ ਇੱਦਾਂ ਬਲੋ ਕਰ ਰਹੀ ਹੈ, ਜਦੋਂ ਵਿੰਡ ਇੱਦਾਂ ਬਲੋ ਕਰ ਰਹੀ ਹੈ, ਕਾਰਨ ਕੀ ਹੈ ਉਹਦਾ? ਇੱਥੇ ਤੁਸੀਂ ਕ੍ਰੌਪਸ ਗਰੋ ਕਰੋਗੇ, ਲੈਟਸ ਸੇ ਕੋਈ ਵੀ ਵੀਟ ਕ੍ਰੌਪ ਆਪਾਂ ਗਰੋ ਕੀਤੀ ਹੋਈ ਹੈ, ਵੀਟ ਕ੍ਰੌਪ ਆਪਾਂ ਗਰੋ ਕੀਤੀ ਹੋਈ ਹੈ ਇੱਥੇ, ਵਿੰਡ ਨੂੰ ਕਾफ़ी ज़्यादा बैरियर्स मिल रहे हैं। एक तो क्रॉप का बैरियर मिल रहा है, दूसरा बैरियर मिल रहा है ये वाला। विंड इस तरह ब्लो कर रही सी, विंड इस तरह ब्लो कर रही सी, लेकिन विंड नू बहुत बैरियर मिले, फिजिकल ऑब्स्ट्रक्शन मिलिया। फिजिकल ऑब्स्ट्रक्शन करके की हो रहा है, विंड की जिहड़ी स्पीड है वो चेक हो रही है, विंड स्लो डाउन हो जाऊगी, घट इरोजन करूगी। ऑन दी अदर हैंड जो विंड इदां ब्लो करती पई है, अंदर वाली साइड नू फ्लो करती पई है, विंड नू ਜਿਹੜੀ ਵਿੰਡ ਉੱਪਰ ਆ ਗਈ ਉਹਨੂੰ ਬਸ ਇੱਕ ਹੀ ਤਰ੍ਹਾਂ ਦਾ ਆਬਸਟਰਕਸ਼ਨ ਮਿਲਿਆ, ਜਿਹੜੀ ਵਿੰਡ ਨੀਚੇ ਆ ਗਈ ਉਹਨੂੰ ਲਾਈਕ ਬਿਲਕੁਲ ਪਲੇਨ ਸਰਫੇਸ ਮਿਲ ਗਈ, ਉੱਥੇ ਹੀ ਉਹਨੇ ਬਲੋ ਕਰਨਾ ਹੈ। ਤਾਂ ਵਿੰਡ ਦੀ ਟੈਂਡੈਂਸੀ ਜ਼ਿਆਦਾ ਰਹੂਗੀ ਇਰੋਡ ਕਰਨ ਦੀ, ਵਿੰਡ ਦੀ ਸਪੀਡ ਵੀ ਜ਼ਿਆਦਾ ਰਹੂਗੀ, ਵਿੰਡ ਦੀ ਇਰੋਜਨ ਐਬਿਲਿਟੀ ਵੀ ਜ਼ਿਆਦਾ ਹੋਊਗੀ, ਜ਼ਿਆਦਾ ਵਿੰਡ ਇਰੋਜਨ ਹੋਊਗੀ। ਇਸ ਕਰਕੇ ਜੇ ਆਪਾਂ ਨੂੰ ਪਤਾ ਹੈ ਕਿ ਬਈ ਵਿੰਡ ਜ਼ਿਆਦਾਤਰ ਤਾਂ ਇਸ ਡਾਇਰੈਕਸ਼ਨ 'ਚ ਫਲੋ ਕਰਦੀ ਹੈ ਤਾਂ ਆਪਾਂ ਪਲੋਇੰਗ ਇਸ ਡਾਇਰੈਕਸ਼ਨ 'ਚ ਕਰੀਏ। ਜੇ ਆਪਾਂ ਨੂੰ ਪਤਾ ਹੈ ਕਿ ਵਿੰਡ ਜ਼ਿਆਦਾਤਰ ਤਾਂ ਇਸ ਡਾਇਰੈਕਸ਼ਨ 'ਚ ਫਲੋ ਕਰਦੀ ਹੈ, ਇਸ ਲਈ ਆਪਾਂ ਫਲੋਇੰਗ ਇਸ ਡਾਇਰੈਕਸ਼ਨ 'ਚ ਕਰੀਏ। flowing should be in the direction perpendicular to the wind direction। ਉਹ ਹਾਲਾਂਕਿ ਪ੍ਰੈਕਟੀਕਲੀ ਆਪਾਂ ਇੰਨਾ ਧਿਆਨ ਨਹੀਂ ਦਈਦਾ। ਚੈਕਿੰਗ ਸ਼ਿਫਟਿੰਗ ਕਲਟੀਵੇਸ਼ਨ ਜਾਂ ਇਹਨੂੰ ਇੰਡੀਆ 'ਚ ਆਪਾਂ ਝੂਮ ਵੀ ਕਹਿੰਦੇ ਆ। ਨੌਰਥ ਈਸਟਰਨ ਸਟੇਟਸ 'ਚ ਜਾਂ ਟਰਾਈਬਲ ਰੀਜਨਸ ਆਫ ਛੱਤੀਸਗੜ੍ਹ ਵਾਲਾ, ਜਿਹੜੀਆਂ ਛੱਤੀਸਗੜ੍ਹ ਉੜੀਸਾ ਵਾਲੀਆਂ ਸਟੇਟਸ ਹੈ, ਉੱਥੋਂ ਦੇ ਟਰਾਈਬਲਸ ਸ਼ਿਫਟਿੰਗ ਕਲਟੀਵੇਸ਼ਨ ਜਾਂ ਝੂਮ ਪ੍ਰੈਕਟਿਸ ਕਰਦੇ ਆ ਕਿ ਇੱਕ ਪੋਰਸ਼ਨ ਆਫ ਲੈਂਡ ਕਲੀਅਰ ਕਰਤਾ ਬਾਏ ਬਰਨਿੰਗ, ਝਾੜ ਫੂਸ ਨੂੰ ਅੱਗ ਲਾਤੀ, ਟਰੀਸ ਨੂੰ ਕੱਟਤਾ, ਸੋ ਇੱਕ ਜੰਗਲ ਦਾ ਇੱਕ ਪੋਰਸ਼ਨ ਕਲੀਅਰ ਕਰ ਦਿੱਤਾ ਗਿਆ। ਉੱਥੇ ਆਪਾਂ ਐਗਰੀਕਲਚਰ ਪ੍ਰੈਕਟਿਸ ਕੀਤਾ, ਛੋਟਾ ਜਿਹਾ ਪੋਰਸ਼ਨ ਆਫ ਲੈਂਡ, ਛੋਟਾ ਜਿਹਾ ਲੋਕਲ ਟਰਾਈਬ ਇੱਦਾਂ ਕਰ ਦਿੰਦੀ ਹੈ। 2 ਕੁ ਸਾਲ ਉੱਥੇ ਕ੍ਰੌਪਸ ਗਰੋ ਕੀਤੀਆਂ ਜਾਂਦੀਆਂ, ਉੱਥੇ ਸੈਟਲ ਹੋਇਆ ਜਾਂਦਾ ਹੈ। ਫਿਰ ਇਵੈਂਚੁਅਲੀ ਉਸ ਪੀਸ ਆਫ ਲੈਂਡ ਦੀ ਫਰਟੀਲਿਟੀ ਘੱਟ ਜਾਂਦੀ ਹੈ, ਵੀ ਮੂਵ ਟੂ ਅ ਡਿਫਰੈਂਟ ਏਰੀਆ। ਉੱਥੇ ਜਾ ਕੇ ਟਰੀਸ ਕੱਟ ਦੀ ਦੀਆਂ, ਝਾੜ ਫੂਸ ਨੂੰ ਅੱਗ ਲਾ ਦੀ ਹੈ, ਜਿਹੜੀ ਫਲੈਟ ਲੈਂਡ ਬਣੀ ਉੱਥੇ ਕਲਟੀਵੇਸ਼ਨ ਪ੍ਰੈਕਟਿਸ ਕੀਤੀ ਜਾਂਦੀ ਹੈ। ਅਗੇਨ 2-3 ਸਾਲ ਉੱਥੇ ਪ੍ਰੈਕਟਿਸ ਕੀਤਾ, ਮੂਵ ਟੂ ਅ ਡਿਫਰੈਂਟ ਪਲੇਸ। ਤਾਂ 4-5 ਸਾਲ ਬਾਅਦ ਉਹ ਸੇਮ ਪਲੇਸ 'ਤੇ ਵਾਪਿਸ ਆਉਂਦੇ ਆ ਜਿੱਥੋਂ ਪਹਿਲਾਂ ਸਟਾਰਟ ਕੀਤਾ ਹੁੰਦਾ ਸੀ। ਉਨੇ ਟਾਈਮ ਤੱਕ ਉੱਥੇ ਟਰੀਜ਼ ਵਗੈਰਾ ਗਰੋ ਕਰ ਦਿੰਦੀਆਂ, 4-5-10 ਸਾਲ ਡਿਪੈਂਡਿੰਗ ਔਨ ਕਿ ਟਰੀਜ਼ ਨੂੰ ਕਿੰਨਾ ਟਾਈਮ ਲੱਗਦਾ ਹੈ। ਹੁਣ ਇਹਦੇ ਨਾਲ ਕੀ ਹੁੰਦਾ ਹੈ, ਆਫਕੋਰਸ ਸੋਇਲ ਡਿਗਰੇਡੇਸ਼ਨ ਹੁੰਦੀ ਹੈ ਕਿ ਤੁਸੀਂ ਪਹਿਲਾਂ ਇੱਥੇ ਕਲੀਅਰਿੰਗ ਆਫ ਫੋਰੈਸਟ ਕਰਕੇ ਉੱਥੇ ਤੁਸੀਂ ਬਰਨਿੰਗ ਆਫ ਦੀ ਬੁਸ਼ਿਸ ਵਗੈਰਾ ਕਰਤਾ, ਲੈਂਡ ਡਿਗਰੇਡੇਸ਼ਨ ਹੋਈ। ਜਦੋਂ ਉੱਥੋਂ ਦੀ ਫਰਟੀਲਿਟੀ ਬਿਲਕੁਲ ਐਗਜ਼ੌਸਟ ਕਰਤੀ ਤੁਸੀਂ ਡਿਫਰੈਂਟ ਜਗ੍ਹਾ 'ਤੇ ਚਲੇ ਗਏ। ਫਿਰ ਉੱਥੇ ਤੁਸੀਂ ਕਟਿੰਗ ਆਫ ਟਰੀਜ਼ ਕੀਤੀ, ਉੱਥੇ ਤੁਸੀਂ ਬਰਨਿੰਗ ਆਫ ਬੁਸ਼ਿਸ ਕੀਤੀ, ਉੱਥੇ ਤੁਸੀਂ ਐਕਸਪਲੋਇਟੇਸ਼ਨ ਆਫ ਸੋਇਲ ਕੀਤੀ, ਫਿਰ ਤੁਸੀਂ ਤੀਸਰੀ ਜਗ੍ਹਾ ਤੇ ਚਲੇ ਗਏ। ਤਾਂ ਇਸ ਚੀਜ਼ ਨੂੰ ਚੈੱਕ ਕਰਨ ਦੀ ਲੋੜ ਹੈ, ਸ਼ਿਫਟਿੰਗ ਕਲਟੀਵੇਸ਼ਨ ਜਾਂ ਝੂਮ ਨੂੰ। ਮਲਚਿੰਗ ਕੀ ਚੀਜ਼ ਹੈ? ਸੋਇਲ ਨੂੰ ਆਪਾਂ ਸਟਰੋ ਨਾਲ ਕਵਰ ਕਰਤਾ, ਕਿਸੇ ਵੀ ਜੇ ਆਰਗੈਨਿਕ ਕੰਟੈਂਟ ਨਾਲ, ਕ੍ਰੌਪ ਰੈਜ਼ੀਡਿਊ ਨਾਲ ਕਵਰ ਕਰਕੇ ਰੱਖਤਾ। ਇਹ ਸੋਇਲ ਮੋਇਸਚਰ ਨੂੰ ਪ੍ਰੀਜ਼ਰਵ ਕਰਨ ਦਾ ਤਰੀਕਾ ਹੈ, ਟੂ ਪ੍ਰੀਜ਼ਰਵ ਸੋਇਲ ਮੋਇਸਚਰ। ਆਪਾਂ ਹੁਣੇ ਗੱਲ ਕੀਤੀ ਕੈਪਿਲਰੀ ਐਕਸ਼ਨ ਨਾਲ ਵਾਟਰ ਉੱਪਰ ਆਉਂਦਾ, ਇਵੈਪੋਰੇਟ ਹੋ ਜਾਂਦਾ, ਸੋਇਲ ਮੋਇਸਚਰ ਖਤਮ ਹੋ ਜਾਂਦਾ। ਜੇ ਆਪਾਂ ਸੋਇਲ ਨੂੰ ਮਤਲਬ ਐਕਸਪੋਜ਼ਡ ਸੋਇਲ ਨੂੰ, ਇਰੀਗੇਟਡ ਨਹੀਂ, ਜਿਹੜੀ ਐਕਸਪੋਜ਼ ਸੋਇਲ ਹੁੰਦੀ ਹੈ, ਕੁਝ ਪੋਰਸ਼ਨ 'ਤੇ ਤਾਂ ਆਪਾਂ ਸੇ ਕ੍ਰੌਪਸ ਗਰੋ ਕਰਤੀਆਂ, ਜਿਹੜੀ ਨੰਗੀ ਸੋਇਲ ਹੈ ਉਹਨੂੰ ਆਪਾਂ ਕਵਰ ਕਰਕੇ ਰੱਖ ਦਈਏ ਸਟਰੋ ਨਾਲ, ਕ੍ਰੌਪ ਰੈਜ਼ੀਡਿਊ ਨਾਲ। ਫਿਰ ਜਿਹੜੀ ਸੋਇਲ ਉਹ ਐਕਸਪੋਜ਼ਡ ਟੂ ਸਨ ਨਹੀਂ ਹੋਊਗੀ, ਐਕਸਪੋਜ਼ਡ ਟੂ ਸਨਲਾਈਟ ਨਹੀਂ ਹੋਊਗੀ, ਘੱਟ ਇਵੈਪੋਰੇਸ਼ਨ, ਸੋਇਲ ਮੋਇਸਚਰ ਕੰਜ਼ਰਵ ਹੋ ਜਾਊਗਾ। ਮਲਚਿੰਗ, the process of covering the exposed soil with the crop residue so as to conserve the moisture of the soil। फिर अगे आह 3 मिलदियां जुलदियां terms, contour plowing, terrace farming, contour burials। ਆਪਾਂ
ਕੰਟੂਰ ਪਲੋਇੰਗ ਇੰਡੀਆ 'ਚ ਤਾਂ ਘੱਟ ਹੀ ਪ੍ਰੈਕਟਾਈਜ਼ ਕੀਤੀ ਜਾਂਦੀ ਹੈ। ਤੁਸੀਂ ਬਾਹਰ ਦੇ ਫਾਰਮਸ ਦੀ ਫੋਟੋ ਵਗੈਰਾ ਦੇਖੀ ਹੋਣੀ ਹੈ ਕਿ ਬਹੁਤ ਕਲਰਫੁਲ ਡਿਫਰੈਂਟ ਰੰਗ ਬਰੰਗੀਆਂ ਜਾਂ ਕ੍ਰੌਪਸ ਗਰੋ ਕੀਤੀਆਂ ਹੁੰਦੀਆਂ, ਫਲਾਵਰਿੰਗ ਕ੍ਰੌਪਸ ਹੁੰਦੀਆਂ ਜਾਂ ਵਟਐਵਰ। ਐਂਡ ਇੱਕ ਰੋਲਿੰਗ ਜੀ ਟੋਪੋਗ੍ਰਾਫੀ ਹੁੰਦੀ ਹੈ। ਆਪਾਂ ਦੇਖਦੇ ਹਾਂ ਕਿ ਪਰਪਲ ਕਲਰ ਦੇ ਫਲਾਵਰਸ ਇੱਕ ਆਲਟੀਟਿਊਡ 'ਤੇ ਗਰੋ ਕੀਤੇ ਹੋਏ ਆ, ਯੈਲੋ ਕਲਰ ਦੇ ਫਲਾਵਰਸ ਇੱਕ ਡਿਫਰੈਂਟ ਆਲਟੀਟਿਊਡ 'ਤੇ ਗਰੋ ਕੀਤੇ ਹੋਏ ਆ। ਕਿ ਇਸ ਹਾਈਟ 'ਤੇ ਇੱਕ ਪਰਟੀਕੂਲਰ ਹਾਈਟ 'ਤੇ ਸੇਮ ਤਰ੍ਹਾਂ ਦੇ ਕ੍ਰੌਪਸ ਗਰੋ ਕਰਦੀਆਂ ਤੁਸੀਂ। ਐਂਡ ਇਸ ਸਲੋਪ ਦੇ ਬੇਸਿਸ ਤੇ ਡਿਸਾਈਡ ਹੋਊਗਾ ਕਿੱਥੇ ਕਿੱਥੇ ਗਰੋ ਕੀਤੀਆਂ ਜਾਣਗੀਆਂ ਕ੍ਰੌਪਸ। ਇਸੇ ਚੀਜ਼ ਨੂੰ ਆਪਾਂ ਬੈਟਰ ਸਮਝਦੇ ਹਾਂ। ਇੰਡੀਆ ਦੇ ਕੰਟੈਕਸਟ 'ਚ ਆਪਾਂ ਇਸ ਚੀਜ਼ ਨੂੰ ਟੈਰੇਸ ਫਾਰਮਿੰਗ ਦੇ ਤੌਰ ਤੇ ਕਨਵਰਟ ਕਰਕੇ ਯੂਜ਼ ਕਰਦੇ ਹਾਂ। ਆਪਾਂ ਕੀ ਕਰਦੇ ਹਾਂ, ਇਸੇ ਹੀ ਪੀਸ ਆਫ ਲੈਂਡ ਨੂੰ ਆਪਾਂ ਕੀ ਕਰਾਂਗੇ, ਇੱਥੇ ਇੱਕ ਟੈਰੇਸ ਬਣਾ ਦਾਂਗੇ। ਇੱਕ ਪਰਟੀਕੂਲਰ ਹਾਈਟ ਤੇ ਫਲੈਟ ਸਰਫੇਸ ਬਣਾ ਦਾਂਗੇ। ਅਗੇਨ ਇਸ ਪਰਟੀਕੂਲਰ ਹਾਈਟ ਤੇ ਇੱਕ ਫਲੈਟ ਸਰਫੇਸ ਬਣਾ ਦਾਂਗੇ। ਅਗੇਨ ਇਸ ਪਰਟੀਕੂਲਰ ਹਾਈਟ ਤੇ ਇੱਕ ਫਲੈਟ ਸਰਫੇਸ ਬਣਾ ਦਾਂਗੇ। ਇਸ ਪਰਟੀਕੂਲਰ ਹਾਈਟ ਤੇ ਇੱਕ ਫਲੈਟ ਸਰਫੇਸ ਬਣਾ ਦਾਂਗੇ। ਆਪਾਂ ਇਸ ਹਿਲ ਨੂੰ ਕੀ ਕਰਾਂਗੇ, ਇਸ ਰੋਲਿੰਗ ਟੋਪੋਗ੍ਰਾਫੀ ਨੂੰ ਕੀ ਕਰਾਂਗੇ, ਇਸ ਮਾਊਂਟੇਨੀਅਸ ਲੈਂਡਸਕੇਪ ਨੂੰ ਕੀ ਕਰਾਂਗੇ, ਸਟੈਪਸ 'ਚ ਕਨਵਰਟ ਕਰ ਦਾਂਗੇ। ਇਸ ਜਦੋਂ ਤਾਂ ਸਟੈਪਸ 'ਚ ਆਪਾਂ ਕਨਵਰਟ ਕਰ ਦਿੰਦੇ ਹਾਂ ਉਦੋਂ ਆਪਾਂ ਵਰਡ ਯੂਜ਼ ਕਰਦੇ ਹਾਂ ਟੈਰੇਸ ਫਾਰਮਿੰਗ। ਜਦੋਂ ਆਪਾਂ ਇਨ ਜਨਰਲੀ ਹਾਈਟ ਦੇ ਬੇਸਿਸ ਤੇ ਕ੍ਰੌਪਸ ਗਰੋ ਕਰਦੇ ਹਾਂ ਉਦੋਂ ਆਪਾਂ ਕਹਿੰਦੇ ਹਾਂ ਕੰਟੂਰ ਪਲੋਇੰਗ। ਵਾਟ ਇਜ਼ ਅ ਕੰਟੂਰ? ਕੰਟੂਰ ਇਜ਼ ਅ ਲਾਈਨ ਜੁਆਇਨਿੰਗ ਪਲੇਸਿਸ ਆਫ ਸੇਮ ਆਲਟੀਟਿਊਡ। ਹਾਈਟ ਦੇ ਬੇਸਿਸ ਤੇ ਜਿਹੜੀਆਂ ਥਾਵਾਂ ਦੀ ਸੇਮ ਹਾਈਟ ਹੈ ਉੱਥੇ ਸੇਮ ਕ੍ਰੌਪ ਗਰੋ ਕਰਨੀ ਹੈ। ਜਿੱਥੇ ਹਾਈਟ ਘੱਟ ਹੈ ਉੱਥੇ ਡਿਫਰੈਂਟ ਕ੍ਰੌਪ ਗਰੋ ਕਰਤੀ। ਇੰਡੀਆ 'ਚ ਆਪਾਂ ਮੋਸਟਲੀ ਟੈਰੇਸ ਫਾਰਮਿੰਗ ਦਾ ਇਸਤੇਮਾਲ ਕਰਦੇ ਹਾਂ। ਆਪਾਂ ਇੱਕ ਸਲੋਪ ਨੂੰ ਸਟੈਪਸ 'ਚ ਕਨਵਰਟ ਕਰ ਦਿੰਦੇ ਹੋ ਤਾਂ ਇਨ ਜਨਰਲ ਪਹਾੜਾਂ 'ਚ ਘੁੰਮਣ ਜਾਓ ਦੇਖਣ ਨੂੰ ਮਿਲ ਜਾਂਦੀ ਹੈ। ਫਾਇਦਾ ਕੀ ਹੈ ਇਸ ਦਾ ਤੇ ਇਸ ਦਾ, ਲਾਈਕ ਸਿਮਿਲਰ ਹੀ ਹੈ ਇਹਦੇ ਫਾਇਦੇ ਕਿ ਵਾਟਰ ਨੇ ਇਸ ਤਰ੍ਹਾਂ ਫਲੋ ਕਰਨਾ ਹੈ, ਵਾਟਰ ਨੇ ਡਾਊਨ ਦੀ ਸਲੋਪ ਫਲੋ ਕਰਨਾ ਹੈ। ਜਦੋਂ ਵਾਟਰ ਫਲੋ ਕਰੂਗਾ ਉਹਨੂੰ ਚੈੱਕ ਮਿਲੂਗਾ। ਇਹ ਜਿਹੜੇ ਕ੍ਰੌਪਸ ਹੈ, ਇਹ ਜਿਹੜੇ ਪਲਾਂਟਸ ਹੈ, these would act as check on the speed of the water। ਸਪੀਡ ਆਫ ਦੀ ਵਾਟਰ ਸਲੋ ਡਾਊਨ ਹੋਈ ਐਂਡ ਇਰੋਜਨ ਘੱਟ ਹੋਈ। ਇਸ ਕੇਸ 'ਚ ਤਾਂ ਤੁਸੀਂ ਫਲੈਟ ਸਟੈਪਸ ਹੀ ਬਣਾਤੇ। ਔਨ ਵਨ ਹੈਂਡ ਵਾਟਰ ਨੇ ਸਿੱਧਾ ਫਲੋ ਕਰਨਾ ਸੀਗਾ, ਇੱਥੇ ਫਲੈਟ ਏਰੀਆਜ਼ ਆਉਂਦੇ ਆ, ਫਲੈਟ ਏਰੀਆਜ਼ ਆਉਂਦੇ ਆ, ਫਲੈਟ ਏਰੀਆਜ਼ ਆਉਂਦੇ ਆ। ਵਾਟਰ ਦੀ ਸਪੀਡ ਚੈੱਕ ਕਰ ਲਈ, ਵਾਟਰ ਦੀ ਸਪੀਡ ਚੈੱਕ ਕੀਤੀ, ਵਾਟਰ ਇਰੋਜਨ ਚੈੱਕ ਕੀਤੀ। ਇੱਕ ਹੋਰ ਸਟੈਪ ਅੱਗੇ ਜਾਂਦੇ ਆ, ਕੰਟੂਰ ਬੈਰੀਅਰਸ ਤੇ ਆਈਏ। ਤੁਸੀਂ ਟੈਰੇਸ ਫਾਰਮਿੰਗ ਤਾਂ ਲਾਤੀ, ਇਮੈਜਿਨ ਅ ਫਰਦਰ ਕੇਸ ਕਿ ਤੁਸੀਂ ਇੱਥੇ ਇੱਕ ਛੋਟਾ ਜਿਹਾ ਬੰਨ ਲਾਤਾ, ਇੱਥੇ ਇੱਕ ਛੋਟਾ ਜਿਹਾ ਬੰਨ ਲਾਤਾ, ਇੱਥੇ ਇੱਕ ਛੋਟਾ ਜਿਹਾ ਬੈਰੀਅਰ ਬਣਾਤਾ, ਇੱਥੇ ਇੱਕ ਛੋਟਾ ਜਿਹਾ ਬੈਰੀਅਰ ਬਣਾਤਾ। ਹੁਣ ਵਾਟਰ ਫਲੋ ਕਰਵਾਓ ਉੱਪਰੋਂ। ਕਰ ਰਹੇ ਹੋ? ਇੱਕ ਪਹਿਲਾਂ ਆਪਾਂ ਸਿੰਪਲ ਟੈਰੇਸ ਬਣਾਈ ਸੀ, ਹੁਣ ਆਪਾਂ ਟੈਰੇਸ ਦੇ ਐਂਡ ਤੇ ਇੱਕ ਬੈਰੀਅਰ ਲਾਤਾ, ਇੱਕ ਬੰਦ ਬਣਾਤਾ। ਮਤਲਬ ਛੋਟਾ ਜਿਹਾ, ਜਾਂ ਤਾਂ ਸੇ ਕਿ ਮਿੱਟੀ ਨਾਲ ਬਣਾਤਾ ਜਾਂ ਪੱਥਰਾਂ ਪੁੱਥਰਾਂ ਨਾਲ ਬਣਾਤਾ, ਇੱਥੇ ਇੱਕ ਬੰਨ ਬਣਾਤਾ ਜਾਂ ਫਿਰ ਬੈਰੀਅਰ ਲਾਤਾ। ਹੁਣ ਵਾਟਰ ਫਲੋ ਕਰਵਾਓ, ਵਾਟਰ ਆਊਗਾ ਫਲੈਟ ਏਰੀਆ ਤੇ ਇੱਥੇ ਕੰਸਨਟਰੇਟ ਹੋ ਜਾਊਗਾ। ਆਪਾਂ ਨੂੰ ਇਰੀਗੇਸ਼ਨ ਦੀ ਲੋੜ ਵੀ ਘੱਟ ਹੈ, ਵਾਟਰ ਸਟੋਰ ਹੋ ਜਾਊਗਾ, ਸੋਇਲ ਨੂੰ ਮੋਇਸਟ ਕਰੂਗਾ। ਫਿਰ ਜਿਹੜਾ ਐਕਸਟਰਾ ਵਾਟਰ ਹੋਊਗਾ ਉਹ ਨੀਚੇ ਚਲਾ ਜਾਊਗਾ, ਨੀਚੇ ਵੀ ਇੱਥੇ ਇਰੀਗੇਟ ਕਰੂਗਾ ਬਟ ਫਲੋ ਨਹੀਂ ਕਰੂਗਾ ਕਿਉਂਕਿ ਆਪਾਂ ਇੱਥੇ ਬੈਰੀਅਰ ਲਾਇਆ ਹੋਇਆ। ਇੱਥੇ ਵਾਟਰ ਥੋੜਾ ਜਿਹਾ ਸਟੋਰ ਹੋ ਜਾਊਗਾ, ਇਰੀਗੇਸ਼ਨ 'ਚ ਹੈਲਪ ਕਰੂਗਾ। ਫਿਰ ਜਿਹੜਾ ਐਕਸੈਸ ਵਾਟਰ ਹੈ ਉਹ ਥੱਲੇ ਜਾਊਗਾ, ਉਹ ਵੀ ਫਲੋ ਨਹੀਂ ਕਰੂਗਾ ਕਿਉਂਕਿ ਆਪਾਂ ਇੱਥੇ ਬੈਰੀਅਰ ਲਾਇਆ ਹੋਇਆ, ਉਹ ਇੱਥੇ ਸਟੋਰ ਹੋ ਜਾਊਗਾ। ਤਾਂ ਇਸ ਤਰ੍ਹਾਂ ਵਾਟਰ ਦੀ ਸਪੀਡ ਨੂੰ ਕੰਟਰੋਲ ਕਰਨਾ, ਜਿੰਨਾ ਆਪਾਂ ਜ਼ਿਆਦਾ ਕੰਟਰੋਲ ਕਰਾਂਗੇ ਉਨਾ ਹੀ ਆਪਣੀ ਪ੍ਰੋਡਕਟਿਵਿਟੀ ਲਈ, ਉਨਾ ਹੀ ਸੋਇਲ ਇਰੋਜਨ ਨੂੰ ਅਵੋਇਡ ਕਰਨ ਦੀ ਆਪਣੇ ਲਈ ਹੈਲਪਫੁਲ ਹੈ। ਹੁਣ ਆਹ ਤਾਂ ਓਬਵੀਅਸ ਹੀ ਅੱਗੇ ਵਿੰਡ ਬੈਲਟਸ ਔਰ ਵਿੰਡ ਬ੍ਰੇਕਸ, ਸ਼ੈਲਟਰ ਬੈਲਟਸ ਔਰ ਵਿੰਡ ਬ੍ਰੇਕਸ। ਇਨ ਜਨਰਲ ਫੀਲਡਸ ਦੇ ਅਰਾਊਂਡ ਜਿਹੜੀ ਡੋਮੀਨੈਂਟ ਡਾਇਰੈਕਸ਼ਨ ਆਫ ਵਿੰਡ ਫਲੋ ਹੈ, ਆਪਾਂ ਨੂੰ ਕੀ ਕਰਨਾ ਚਾਹੀਦਾ? ਜੇ ਆਪਾਂ ਨੂੰ ਪਤਾ ਹੈ ਕਿ ਵਿੰਡ ਅਕਸਰ ਇਸ ਡਾਇਰੈਕਸ਼ਨ 'ਚ ਫਲੋ ਕਰਦੀ ਹੈ, ਆਪਾਂ ਨੂੰ ਟਰੀਜ਼ ਗਰੋ ਕਰ ਦੇਣੀਆਂ ਚਾਹੀਦੀਆਂ ਅਰਾਊਂਡ ਆਰ ਫੀਲਡਸ। ਉਹ ਐਗਰੋ ਫੋਰੈਸਟਰੀ ਦਾ ਵੀ ਹਿੱਸਾ ਹੈ, ਸੇ ਕਿ ਆਪਾਂ ਕੁਝ ਕਮਰਸ਼ੀਅਲ ਟਰੀਜ਼ ਵੀ ਗਰੋ ਕਰ ਸਕਦੇ ਹਾਂ, ਪੋਪੂਲਰ ਵਗੈਰਾ, ਵੁੱਡ ਵੀ ਮਿਲ ਜਾਊਗੀ। ਜਾਂ ਉਹਦਾ ਇੱਕ ਦੂਸਰਾ ਬੈਨੀਫਿਟ ਕੀ ਹੋਊਗਾ? ਵਿੰਡ ਸਪੀਡ ਵੁੱਡ ਬੀ ਚੈੱਕਡ, ਵਿੰਡ ਇਰੋਜਨ ਵੁੱਡ ਬੀ ਚੈੱਕਡ।
ਇਫ ਵੀ ਕੰਸਟਰਕਟ ਥੀਸ, ਇਹਨਾਂ ਨੂੰ ਜਿਹੜੇ ਲੇਅਰਸ ਆਫ ਟਰੀਜ਼ ਆਪਾਂ ਗਰੋ ਕਰਦੇ ਹਾਂ ਇਹਨਾਂ ਨੂੰ ਹੀ ਕਹਿੰਦੇ ਆ ਵਿੰਡ ਬ੍ਰੇਕਸ ਜਾਂ ਸ਼ੈਲਟਰ ਬੈਲਟਸ। एफोरेस्टेशन इन जनरल जिन्नियां ट्रीज ग्रो करो ਉਹਦੇ ਨਾਲ ਵਾਟਰ ਇਰੋਜਨ ਵੀ ਚੈੱਕ ਹੁੰਦਾ ਹੈ, ਵਿੰਡ ਇਰੋਜਨ ਵੀ ਚੈੱਕ ਹੁੰਦਾ ਹੈ, ਸੋਇਲ ਜਿਹੜੀਆਂ ਟਰੀਜ਼ ਦੀਆਂ ਰੂਟਸ ਹੈ ਉਹ ਸੋਇਲ ਨੂੰ ਬਾਈਂਡ ਕਰਕੇ ਰੱਖਦੀਆਂ, ਇਸ ਕਰਕੇ ਉਸ ਪੁਆਇੰਟ ਆਫ ਵਿਊ ਤੋਂ ਵੀ ਇਹ ਇਰੋਜਨ ਨੂੰ ਚੈੱਕ ਕਰਦਾ ਹੈ। ਚੈਕਿੰਗ ਓਵਰ ਗ੍ਰੇਜ਼ਿੰਗ, ओवर ग्रेजिंग किस तरह सॉयल डिग्रेडेशन करती है, लैंड डिग्रेडेशन करती है। अगेन ग्रास दियाँ रूट्स सॉयल नू बाइंड करके रखती हैं। ओवर ग्रेजिंग करावांगे सारी ग्रास डिप्लीट हो जाएगी, सारी ग्रास डिप्लीट हो जाएगी तो मतलब अगेन लूज सॉयल इज प्रोन टू इरोजन। जिन्नी आपां सॉयल नू पैक करके रखांगे उन्ना बैटर है, जिन्ना आपां वाटर दी विंड दी स्पीड नू कंट्रोल करके रखांगे उन्ना बैटर है एज फार एज सॉयल कंजरवेशन इज कंसर्न। तो कुछ बेसिक जे मैथड है ਜਿਹੜੇ ਆਪਾਂ ਅਡੋਪਟ ਕਰ ਸਕਦੇ ਹਾਂ ਟੂ ਕੰਜ਼ਰਵ ਸੋਇਲ, ਟੂ ਪ੍ਰੀਵੈਂਟ ਸੋਇਲ ਡਿਗਰੇਡੇਸ਼ਨ। ਇਹਦੇ ਨਾਲ ਆਪਣਾ ਸੋਇਲ ਵਾਲਾ ਚੈਪਟਰ ਕੰਪਲੀਟ ਹੁੰਦਾ। ਨੈਕਸਟ ਕਲਾਸ 'ਚ ਆਪਾਂ ਐਗਰੀਕਲਚਰ ਵਾਲਾ ਚੈਪਟਰ ਸਟਾਰਟ ਕਰਾਂਗੇ, ਐਗਰੀਕਲਚਰ ਆਫ ਇੰਡੀਆ, ਡਿਫਰੈਂਟ ਕ੍ਰੌਪਸ ਆਫ ਇੰਡੀਆ ਐਂਡ ਉਹਦੇ ਨਾਲ ਹੀ ਆਪਾਂ ਇਰੀਗੇਸ਼ਨ ਵਾਲਾ ਟੌਪਿਕ ਵੀ ਕਵਰ ਕਰਾਂਗੇ, ਵੈਲ ਇਰੀਗੇਸ਼ਨ, ਕੈਨਾਲ ਇਰੀਗੇਸ਼ਨ ਐਂਡ tank irrigation. So that's all as far as today's class is concerned. Thank you so much and I hope you would have enjoyed the lecture. Thanks.